शरण नाथ तोरी शरण जोग शरणं प्रभु दर्श पाए मिटे जन्म मरणं मम पाह तो ऐ शरण आए बड़े भाग मेरे प्रभु दर्श पाए गुरु बचन पालियो नहीं सिंह मन को नहीं मार गुर बचन सिंह की बेनती लाज तोहे निरंकार कहाँ बुद्ध प्रभ तुच्छ हमारी बर न सकै महिमा जो तिहारी हम ना सकत कर सिफत तुम्हारी आप ले हो तुम कथा सुधारी सतनाम श्री वाहिगुरु साहिब जी सारंग महला नावा मन कर कबहू ना हर गुण गायो बिख्या सकत रहियो निसबासुर कीनो अपनो पायो रहाओ गुर उपदेश सुनियो नह कानन परदारा लपटायो पर निंदा कारण बहुतावत समझियो नह समझायो कहा कहो मैं अपनी करनी जिह बिद जन्म गवायो कह नानक सब अवगुण मोह मैं राख ले हो सरनायो कह नानक सब अवगुण मोह मैं राख ले हो सरनायो। वाहिगुरु जी का खालसा वाहिगुरु जी की फतेह। धन धन जागदी जोत चवर तखत छतर सिंघासन दे मालक गरीब निवाज दीन दयाल पतित पावन धन श्री गुरु ग्रंथ साहिब जी महाराज हजूर ने बेअंत अपार किरपा कीती है। सत संगत दियां घड़ियां बख्शियां हन। आओ साध संगत जी धन धन जागदी जोत साहिब श्री गुरु तेग बहादुर साहिब जी महाराज महाराज जियां दी अमृत गुरबाणी दी कथा सारंग राग दे विच अज जिस तरह हजूर चौथा शब्द उचारण करदे हन प्रेम भगत प्रवाह प्रीत पुबली ना हुटै। जिस तरह साध संगत जी हजूर दा अदुੱਤੀ दरबार सजदा है जिस विच प्रेम ते नेम वाले गुरसिख निता प्रति आके सज बैठदे हन। महाराज जियां दे साध संगत जी ये प्रेम भगत प्रवाह ये जो प्रेमा भगती दा गुरसिखां अंदर प्रवाह नदियां दी न्याई गुरसिखी गुरसिखां दे हृदय विच चलदी है। प्रीत पुबली ना हुटै। जिस तरह साध संगत जी ऐसी प्रीत लग जाती है पहला वांग कदे हटदी ही नहीं। सतगुर शब्द अथाह फिर साध संगत जी जेड़े हजूर दे शब्द है ये तां अथाह है
ਪਾਰਾਵਾਰ ਤੋਂ ਪਰੇ ਹੈ। ਸ਼ਬਦ ਦਾ ਸਾਧ ਸੰਗਤ ਜੀ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਮਿਆ ਧਾਰਾ ਰਸ ਗੁੱਟੈ, ਜਿਸ ਤਰ੍ਹਾਂ ਬੁੱਕਾਂ ਨਾਲ ਸਾਧ ਸੰਗਤ ਜੀ ਗਟ ਗਟ ਕਰਕੇ ਜਲ ਛਕ ਲਈਦਾ ਹੈ। ਗੁਰਸਿੱਖ ਮਾਨੋ ਕਿ ਹਜੂਰ ਦੀ ਅੰਮ੍ਰਿਤ ਗੁਰਬਾਣੀ ਦੀ ਕਥਾ ਇੱਕ ਲਗਾਤਾਰ ਧਾਰਾਵਤ ਹੈ। ਗੁਰਸਿੱਖ ਸਾਧ ਸੰਗਤ ਜੀ ਗੁੱਟੈ ਸੁਣਦੇ ਨਹੀਂ ਕਥਾ। ਮਹਾਰਾਜ ਜੀਆਂ ਦੀ ਕਥਾ ਸੁਣ ਸੁਣ ਕੇ ਤ੍ਰਿਪਤ ਹੁੰਦੇ ਹਨ। ਪਿਆਸ ਲੈ ਜਾਂਦੀ ਹੈ ਗੁਰਸਿੱਖਾਂ ਦੀ। ਹਜੂਰ ਮਤ ਮਾਤਾ ਸੰਤੋਖ ਪਿਤਾ, ਸਰ ਸਹਿਜ ਸਮਾਇਓ। ਉੱਚੀ ਸੁੱਚੀ ਮਤ ਮਾਤਾ ਦੀ ਨਿਆਈ ਗੁਰਸਿੱਖਾਂ ਨੂੰ ਪ੍ਰਾਪਤ ਹੁੰਦੀ ਹੈ। ਪਦਾਰਥਾਂ ਤੋਂ ਸੰਤੋਖ ਆ ਜਾਂਦਾ ਹੈ ਪਿਤਾ ਦੀ ਨਿਆਈ। ਗੁਰਸਿੱਖ ਸਰ ਸਹਿਜ ਸਮਾਇਓ। ਐਸੇ ਹਜੂਰ ਦੇ ਅੰਮ੍ਰਿਤ ਦਰਬਾਰ ਸਤ ਸੰਗਤ ਦੇ ਵਿੱਚ ਸਦਾ ਹੀ ਸਮਾਏ ਰਹਿੰਦੇ ਹਨ। ਆ ਜੋਨੀ ਸੰਭਵਿਓ, ਜਗਤ ਗੁਰ ਬਚਨ ਤਰਾਇਓ। ਸਾਧ ਸੰਗਤ ਜੀ ਫਿਰ ਆ ਜੋਨੀ, ਜਿਸ ਤਰ੍ਹਾਂ ਜੀਵਾਂ ਨੂੰ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ, ਜਿੱਥੋਂ ਪ੍ਰਗਟ ਹੋਏ ਹਨ ਹਜੂਰ ਤੋਂ, ਫਿਰ ਜਿਸ ਤਰ੍ਹਾਂ ਸਾਧ ਸੰਗਤ ਜੀ ਜਲ ਤੇ ਉਪਜ ਤਰੰਗ ਜਿਉਂ ਜਲ ਹੀ ਬਿਖੈ ਸਮਾਏ, ਹਜੂਰ ਵਿੱਚ ਹੀ ਸਮਾ ਜਾਂਦੇ ਹਨ। ਜਗਤ ਗੁਰ ਬਚਨ ਤਰਾਇਓ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਰਨ ਤਾਰਨ ਕਲਯੁਗ ਦੇ ਵਿੱਚ ਤਰਨ ਦੀ ਨਿਆਈ, ਜਹਾਜ਼ ਦੀ ਨਿਆਈ ਹਨ। ਜੋ ਗੁਰਸਿੱਖ ਮਹਾਰਾਜ ਜੀਆਂ ਦਾ ਸ਼ਬਦ ਬੜੇ ਪ੍ਰੇਮ ਨੇਮ ਸ਼ਰਧਾ ਨਾਲ ਸਰਵਣ ਕਰਦੇ ਹਨ, ਹਜੂਰ ਫਿਰ ਉਹਨਾਂ ਨੂੰ ਪਾਰਲੇ ਕੰਢੇ ਤੇ ਲਾ ਦਿੰਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਮਹਾਰਾਜ ਜੀਆਂ ਦੇ ਦਰਬਾਰ ਤੋਂ ਹਰੇਕ ਤਰ੍ਹਾਂ ਦਾ ਪ੍ਰਸਾਦ ਮਿਲਦਾ ਹੈ। ਜਿਸ ਸਮੇਂ ਮਾਤਾ ਗੁਜਰ ਕੌਰ ਜੀਆਂ ਨੇ ਸਾਧ ਸੰਗਤ ਜੀ ਕੀ ਦੇਖਿਆ ਸੀ ਸੁਪਨੇ ਵਿੱਚ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਿੱਲੀ ਚਾਂਦਨੀ ਚੌਕ ਵਿੱਚ ਹਜੂਰ ਦੀ ਕਿਸ ਤਰ੍ਹਾਂ ਸ਼ਹਾਦਤ ਹੋਣੀ ਸੀ, ਇਹ ਮਾਤਾ ਜੀਆਂ ਨੇ ਪਹਿਲਾਂ ਹੀ ਦੇਖ ਲਿਆ ਸੀ। ਉਸ ਸਮੇਂ ਹਜੂਰ ਬਾਜਾਂ ਵਾਲੇ ਪਿਤਾ ਜੀਆਂ ਨੂੰ ਮਾਤਾ ਜੀ ਆ ਕੇ ਕਹਿੰਦੇ ਹਨ, ਲਾਲ ਜੀ ਅਸੀਂ ਕੁਝ ਦ੍ਰਿਸ਼ਟ ਦੇਖਿਆ ਹੈ ਆਪਣੀਆਂ ਅੱਖਾਂ ਸਾਹਮਣੇ, ਕੀ ਇਹ ਸੱਤ ਹੈ? ਉਸ ਸਮੇਂ ਹਜੂਰ ਬਾਜਾਂ ਵਾਲੇ ਪਿਤਾ ਜੀਆਂ ਦੇ ਇਤਿਹਾਸ ਵਿੱਚ ਅੰਕਿਤ ਬਚਨ ਆਉਂਦੇ ਹਨ। ਮਹਾਰਾਜ ਜੀਆਂ ਨੇ ਫਰਮਾਇਆ ਸੀ, ਮਾਤਾ ਜੀ ਜਿਸ ਤਰ੍ਹਾਂ ਸਾਧ ਸੰਗਤ ਜੀ ਉਸ ਸਮੇਂ ਹਜੂਰ ਨੇ ਫਰਮਾਇਆ ਸੀ, ਜੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਚਾਹੁਣ ਸੂਰਜ ਨਹੀਂ ਆਕਾਸ਼ ਵਿੱਚ ਚੜ੍ਹ ਸਕਦਾ, ਜੇ ਹਜੂਰ ਚਾਹੁਣ ਤਾਂ ਚੰਦਰਮਾ ਗਤੀ ਨਹੀਂ ਕਰ ਸਕਦਾ, ਜੇ ਹਜੂਰ ਚਾਹੁਣ ਤਾਂ ਇਹ ਹਵਾ ਨਹੀਂ ਚੱਲ ਸਕਦੀ। ਮਹਾਰਾਜ ਜੀਆਂ ਨੇ ਉਸ ਸਮੇਂ ਫਰਮਾਇਆ ਸੀ, ਸਭ 9 ਖੰਡ ਦੀ ਪ੍ਰਿਥਵੀ ਖੰਡ ਬ੍ਰਹਿਮੰਡ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦੀ ਆਗਿਆ ਦਾ ਪਾਲਨ ਕਰਦੇ ਹਨ। ਸਾਧ ਸੰਗਤ ਜੀ ਫਿਰ ਸੁਰਤ ਦਾ ਟਿਕਾਉਣਾ ਹਜੂਰ ਵਾਸਤੇ ਕੀ ਔਖਾ ਹੈ। ਦੋਨੋਂ ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਆਪ ਕਿਰਪਾ ਕਰਕੇ ਸਾਡੀ ਸੁਰਤ ਸ਼ਬਦ ਵਿੱਚ ਟਿਕਾ ਦਿਓ। ਹਜੂਰ ਸਾਧ ਸੰਗਤ ਜੀ ਜਿੱਥੇ ਕੜਾਹ ਪ੍ਰਸ਼ਾਦ ਮਿਲਦਾ ਹੈ, ਉੱਥੇ ਹੀ ਮਹਾਰਾਜ ਜੀਆਂ ਦੇ ਸ਼ਬਦ ਦਾ ਪ੍ਰਸ਼ਾਦ ਮਿਲਦਾ ਹੈ। ਹਜੂਰ ਦੇ ਦਰਬਾਰ ਵਿੱਚੋਂ ਸ਼ਾਂਤੀ ਦਾ ਪ੍ਰਸਾਦ ਮਿਲਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਜੇ ਸੰਸਾਰੀ ਪਦਾਰਥ ਦੇਖੇ ਜਾਣ, ਦੁੱਧ ਪੁੱਤ ਦੀਆਂ ਦਾਤਾਂ ਵੀ ਹਜੂਰ ਦੇ ਦਰਬਾਰ ਵਿੱਚੋਂ ਮਿਲਦੀਆਂ ਹਨ। ਮਹਾਰਾਜ ਜੀਆਂ ਜਿਸ ਤਰ੍ਹਾਂ ਫਰਮਾਉਂਦੇ ਹਨ, ਨੱਚ ਦੁਰਲਭੰ ਧਨ ਰੂਪੰ, ਨਾ ਹੀ ਹਜੂਰ ਕਹਿੰਦੇ ਹਨ ਇਹ ਕੋਈ ਦੁਰਲੱਭ ਵਸਤੂ ਨਹੀਂ ਹੈ, ਇਹ ਧਨ ਤੇ ਸੋਹਣਾ ਰੂਪ ਹੋਣਾ। ਨੱਚ ਦੁਰਲਭੰ ਸਵਰਗ ਰਾਜ ਨ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜੇ ਸਵਰਗ ਵਰਗਾ ਵੀ ਰਾਜ ਮਿਲ ਜਾਵੇ, ਇਹ ਲੱਭਣਾ ਸੰਸਾਰ ਵਿੱਚ ਕੋਈ ਔਖਾ ਨਹੀਂ। ਨੱਚ ਦੁਰਲਭੰ ਭੋਜਨ ਬਿੰਜਨੰ। ਮਹਾਰਾਜ ਜੀ ਫਰਮਾਉਂਦੇ ਹਨ, 36 ਪ੍ਰਕਾਰ ਦੇ ਪਦਾਰਥ ਤੇਰੇ ਮੇਜ਼ ਤੇ ਪਏ ਹੋਣ, ਇਹ ਵੀ ਕੋਈ ਪਾ ਲੈਣੇ, ਭਾਵ ਇਹ ਕੋਈ ਦੁਰਲੱਭ ਵਸਤੂ ਨਹੀਂ ਹੈ। ਨੱਚ ਦੁਰਲਭੰ ਸਵਸ ਅੰਬਰ ਹੈ। ਇਹ ਸੋਹਣੇ ਕੱਪੜੇ ਮਹਿੰਗੇ ਹਡਾਉਣੇ, ਹਜੂਰ ਕਹਿੰਦੇ ਹਨ ਇਹ ਵੀ ਚੀਜ਼ ਦੁਰਲੱਭ ਨਹੀਂ ਹੈ, ਭਾਵ ਆਸਾਨੀ ਨਾਲ ਮਹਾਰਾਜ ਜੀ ਕਹਿੰਦੇ ਹਨ ਮਿਲ ਜਾਂਦੀ ਹੈ। ਨੱਚ ਦੁਰਲਭੰ ਸੁਤ ਮਿੱਤਰ ਭਰਾਤ ਬਾਂਧਵ ਹੈ। ਜਿਸ ਤਰ੍ਹਾਂ ਹਜੂਰ ਫਰਮਾਉਂਦੇ ਹਨ, ਇਸ ਮਿੱਤਰ ਬਣਾਉਣੇ,
ਭਾਵ ਇਤਿਆਦਿਕ ਰਿਸ਼ਤੇਦਾਰ ਮਿਲਨੇ ਬਹੁਤ ਜ਼ਿਆਦਾ ਹੋਣੇ, ਇਹ ਕੋਈ ਦੁਰਲੱਭ ਵਸਤੂ ਨਹੀਂ ਹੈ। ਨੱਚ ਦੁਰਲੱਭੰ ਬਨਿਤਾ ਬਿਲਾਸ ਹੈ। ਇਸਤਰੀ ਦੇ ਨਾਲ ਪ੍ਰੇਮ ਪਿਆਰ ਕਰਨਾ ਸਾਧ ਸੰਗਤ ਜੀ, ਇਹ ਸਭ ਵਸਤੂਆਂ ਵਾ ਸੰਸਾਰ ਨੇ ਜੋ ਮਨ ਵਿੱਚ ਇੱਛਾ ਹੁੰਦੀ ਹੈ, ਸੁੰਦਰ ਘਰ ਹੋਣ, ਸੁੰਦਰ ਕੱਪੜੇ ਹੋਣ, ਸੁੰਦਰ ਖਾਣ ਪੀਣ ਨੂੰ ਭੋਜਨ ਹੋਣ, ਸੁੰਦਰ ਮੇਰੇ ਰਿਸ਼ਤੇ ਨਾਤੇ ਬਹੁਤ ਲੋਕਾਂ ਨਾਲ ਹੋਣ, ਮਹਾਰਾਜ ਜੀ ਫਰਮਾਉਂਦੇ ਹਨ ਇਹ ਚੀਜ਼ਾਂ ਕੋਈ ਦੁਰਲੱਭ ਨਹੀਂ ਹਨ। ਨੱਚ ਦੁਰਲੱਭੰ ਵਿਦਿਆ ਪ੍ਰਵੀਣੰ, ਫਿਰ ਸੋਚਦਾ ਹੈ ਦੁਨਿਆਵੀ ਮੈਂ ਸਭ ਵਿਦਿਆ ਦਾ ਗਿਆਤਾ ਹੋਣਾ ਚਾਹੁੰਦਾ ਹਾਂ, ਭਾਵ ਕਿ ਮੈਨੂੰ ਸਭ ਵਿਦਿਆ ਵਿੱਚ ਪ੍ਰਵੀਣ ਹੋਵਾਂ। ਹਜੂਰ ਕਹਿੰਦੇ ਹਨ ਇਹ ਵੀ ਦੁਰਲੱਭ ਵਸਤੂ ਨਹੀਂ ਹੈ। ਨੱਚ ਦੁਰਲੱਭੰ ਚਤੁਰ ਚੰਚਲ ਹੈ, ਜੇ ਆਖੇ ਮੈਂ ਬੜਾ ਸਿਆਣਾ ਚਤੁਰ ਸੂਝਵਾਨ ਹੋ ਜਾਵਾਂ, ਹਜੂਰ ਕਹਿੰਦੇ ਹਨ ਇਹ ਵੀ ਦੁਰਲੱਭ ਚੀਜ਼ ਨਹੀਂ ਹੈ। ਫਿਰ ਗੁਰਸਿੱਖ ਹੱਥ ਜੋੜ ਕੇ ਕਹਿੰਦੇ ਹਨ ਮਹਾਰਾਜ ਜੀ ਦੁਰਲੱਭ ਚੀਜ਼ ਕੀ ਹੈ? ਦੁਰਲੱਭ ਤੋਂ ਭਾਵ ਜਿਹੜੀ ਲੱਭੀ ਨਾ ਜਾ ਸਕੇ, ਬੜੀ ਅਮੋਲਕ ਚੀਜ਼। ਹਜੂਰ ਦੇ ਜਿਸ ਸਮੇਂ ਹੱਥ ਜੋੜ ਕੇ ਗੁਰਸਿੱਖ ਬੇਨਤੀ ਕਰਦੇ ਹਨ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਦੁਰਲੱਭੰ ਏਕ ਭਗਵਾਨ ਨਾਮ ਹੈ। ਮਹਾਰਾਜ ਜੀ ਫਰਮਾਉਂਦੇ ਹਨ ਜੇ ਦੁਰਲੱਭ ਵਸਤੂ ਹੈ ਉਹ ਸਿਰਫ ਇੱਕ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ। ਹਜੂਰ ਉਹ ਕਿੱਥੋਂ ਮਿਲਦਾ ਹੈ? ਮਹਾਰਾਜ ਜੀ ਫਰਮਾਉਂਦੇ ਹਨ ਨਾਨਕ ਲਬਦਿਆਂ ਸਾਧ ਸੰਗ ਕਿਰਪਾ ਪ੍ਰਭੰ। ਮਹਾਰਾਜ ਜੀ ਫਰਮਾਉਂਦੇ ਹਨ ਉਹ ਸਾਧ ਸੰਗਤ ਵਿੱਚੋਂ ਮਿਲਦਾ ਹੈ। ਸਾਧ ਸੰਗਤ ਵਿੱਚ ਆ ਕੇ ਜੇ ਪ੍ਰਭੂ ਦੀ ਕਿਰਪਾ ਹੋਵੇ, ਜੇ ਆ ਕੇ ਹੱਥ ਜੋੜੇ ਮਹਾਰਾਜ ਜੀਆਂ ਅੱਗੇ, ਕੀ ਔਖਾ ਹੈ ਜੇ ਮਹਾਰਾਜ ਜੀ ਨਾਮ ਦਾ ਦਾਨ ਦੇ ਦੇਣ। ਫਿਰ ਇਹ ਜਿਹੜੇ ਸਾਰੇ ਸੰਸਾਰੀ ਪਦਾਰਥ ਹਨ ਜਿਨ੍ਹਾਂ ਬਾਬਤ ਹਰ ਰੋਜ਼ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਕੇ ਦੱਸਦੇ ਹਨ ਮਿਥਿਆ ਤਨ ਸਾਚੋ ਕਰ ਮਾਨਿਓ, ਇਹ ਬਿਦ ਆਪ ਬੰਧਾਵੈ। ਇਹ ਜੀਵ ਨੇ ਤਨ ਸੱਚਾ ਕਰਕੇ ਮੰਨਿਆ ਹੈ। ਜਦੋਂ ਸਾਧ ਸੰਗਤ ਜੀ ਜਿਨ ਸਰਦਾ RAM ਨਾਮ ਲੱਗੀ, ਤਿਨ ਦੂਜਾ ਚੇਤਨਾ ਲਾਇਆ RAM। ਜਦੋਂ ਹਜੂਰ ਦੇ ਬਚਨਾਂ ਤੇ ਸ਼ਰਧਾ ਹੋ ਆਉਂਦੀ ਹੈ, ਫਿਰ ਉਹ ਕਿਤੇ ਦੂਸਰੇ ਥਾਂ ਚਿੱਤ ਨਹੀਂ ਲਾਉਂਦੇ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਨਾਵੈ ਅਵਰ ਨਾ ਭਾਇਆ RAM। ਉਹਨਾਂ ਲਈ ਤਾਂ ਸਾਰੀ ਧਰਤੀ ਸੋਨੇ ਦੀ ਕਰ ਦਿੱਤੀ ਜਾਵੇ। ਜੇ ਸਾਧ ਸੰਗਤ ਜੀ ਉਸ ਤੇ ਉਹਨਾਂ ਨੂੰ ਤੁਰਨਾ ਪਵੇ, ਫਿਰ ਵੀ ਉਹਨਾਂ ਚੀਜ਼ਾਂ ਦਾ ਮਾਣ ਨਹੀਂ ਕਰਦੇ। ਕਹਿੰਦੇ ਹਨ ਬਿਨ ਨਾਵੇਂ ਅਵਰ ਨਾ ਭਾਇਆ RAM। ਮਹਾਰਾਜ ਜੀ ਮੈਂ ਸੋਚਣਾ ਕੀ ਕਰਨਾ ਹੈ, ਖਾਣਾ ਹੈ। ਮਹਾਰਾਜ ਜੀ ਤ੍ਰਿਪਤੀ ਤਾਂ ਸਾਡੀ ਨਾਮ ਕਰਕੇ ਹੁੰਦੀ ਹੈ। ਅੱਜ ਸਾਧ ਸੰਗਤ ਜੀ ਐਸੇ ਨਾਮ ਧਨ ਦਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਦੇਸ਼ ਦਿੰਦੇ ਹਨ। ਅੱਜ ਜੀਵ ਦੇ ਮਨ ਦੀ ਹਾਲਤ ਦੱਸਦੇ ਹਨ। ਜੀਵ ਕਹਿੰਦਾ ਤਾਂ ਹੈ ਮੈਂ ਬਹੁਤ ਪਾਠ ਕਰਦਾ ਹਾਂ, ਪਰ ਹਜੂਰ ਸਾਡੇ ਮਨ ਦੀ ਹਾਲਤ ਦਿਖਾਉਂਦੇ ਹਨ ਤੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਸ਼ਰਨ ਗ੍ਰਹਿਣ ਕਰਨ ਦਾ ਉਪਦੇਸ਼ ਦਿੰਦੇ ਹਨ। ਆਓ ਸਾਧ ਸੰਗਤ ਜੀ ਪਟਨਾ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਹਜੂਰ ਦੇ ਦਰਬਾਰ ਵਿੱਚ ਗੁਰਸਿੱਖ ਸੱਜ ਬੈਠੇ ਹਨ, ਜਿਨ ਨੈਣ ਬੈਣ ਦੋਏ ਇੱਕ ਇੱਕ, ਜਿਨ੍ਹਾਂ ਦੇ ਨੇਤਰਾਂ ਵਿੱਚ ਵੀ ਤੇ ਬਚਨਾਂ ਵਿੱਚ ਵੀ ਵਾਹਿਗੁਰੂ ਦਾ ਵਾਸ ਹੈ। ਦੂਜੀ ਥਾਂ ਸੰਗਤਾਂ ਨੇ ਕੋਈ ਜਾਣੀ ਨਹੀਂ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਪਾਸ ਆਪਣੇ ਮਨ ਦੀਆਂ ਗੱਲਾਂ ਹਜੂਰ ਦੇ ਪਾਸ ਗੁਰਸਿੱਖ ਕਰਦੇ ਹਨ। ਅੱਜ ਸਾਰੰਗ ਰਾਗ ਦੇ ਵਿੱਚ ਮਹਾਰਾਜ ਜੀ ਜਿਸ ਤਰ੍ਹਾਂ ਸੰਗਤਾਂ ਨੂੰ ਉਪਦੇਸ਼ ਦਿੰਦੇ ਹਨ, ਦੋਨੋਂ ਹੱਥ ਜੋੜ ਕੇ ਅਦਬ ਸਹਿਤ ਸੱਚੇ ਸਤਿਗੁਰਾਂ ਨੂੰ ਸੀਸ ਝੁਕਾਉਂਦੇ ਹੋਏ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ। ਸਾਰੰਗ ਮਹੱਲਾ ਨਾਵਾ। ਸਾਰੰਗ ਰਾਗ ਨੂੰ ਭਾਗ ਲਾਉਂਦੇ ਹੋਏ ਮਹੱਲਾ ਨਾਵਾ। ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਜਿਨ੍ਹਾਂ ਬਾਬਤ ਬਾਜਾਂ ਵਾਲੇ ਪਿਤਾ ਜੀ ਫਰਮਾਉਂਦੇ ਹਨ ਤੇਗ ਬਹਾਦਰ ਸਿਮਰਿਐ
ਘਰ ਨੌ ਨਿਦ ਆਵੈ ਧਾਏ, ਸਭ ਥਾਈ ਹੋਏ ਸਹਾਏ। ਹਜੂਰ ਦਾ ਨਾਮ ਲੈਣ ਨਾਲ ਹੀ ਸਾਧ ਸੰਗਤ ਜੀ ਸਭ ਰਿੱਧੀਆਂ ਸਿੱਧੀਆਂ ਚਰਨਾਂ ਦੀਆਂ ਦਾਸੀਆਂ ਹੋ ਜਾਂਦੀਆਂ ਹਨ। ਸਭ ਥਾਂ ਤੇ ਹਜੂਰ ਸਾਧ ਸੰਗਤ ਜੀ ਮਦਦ ਕਰਦੇ ਹਨ, ਸਹਾਈ ਹੁੰਦੇ ਹਨ। ਕਿਉਂ ਨਾ ਮਹਾਰਾਜ ਜੀ ਅੱਜ ਸਾਡੇ ਮਨ ਦੇ ਜੁੜਨ ਵਿੱਚ ਕਿਉਂ ਨਾ ਸਹਾਈ ਹੋਵਣਗੇ, ਜੇ ਮਹਾਰਾਜ ਜੀਆਂ ਪਾਸ ਦਿਲ ਕਰਕੇ ਅਰਦਾਸ ਕਰਾਂਗੇ। ਹਜੂਰ ਉਪਦੇਸ਼ ਦਿੰਦੇ ਹਨ, ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਮਹਾਰਾਜ ਜੀ ਫਰਮਾਉਂਦੇ ਹਨ, ਹੇ ਜੀਵ, ਤੂੰ ਮਨ ਕਰਕੇ ਕਦੀ ਵੀ ਅਕਾਲ ਪੁਰਖ ਵਾਹਿਗੁਰੂ ਦੇ ਤੂੰ ਭਜਨ ਬੰਦਗੀ ਨਹੀਂ ਕੀਤੀ। ਜੇ ਆਪਾਂ ਕਹੀਏ ਮਹਾਰਾਜ ਜੀ ਹਰ ਰੋਜ਼ ਆਪ ਜੀਆਂ ਦੁਆਰਾ ਦਿੱਤਾ ਹੋਇਆ ਨਿਤਨੇਮ ਕਰਦੇ ਹਾਂ, ਮਹਾਰਾਜ ਜੀ ਸਿਮਰਨ ਵੀ ਕਰਦੇ ਹਾਂ, ਪਰ ਹਜੂਰ ਸਾਧ ਸੰਗਤ ਜੀ ਅੰਤਰਜਾਮੀ ਮੋਰ ਪ੍ਰਭ ਸਭ ਬਿਦ ਜਾਣਨ ਹਾਰ। ਹਜੂਰ ਤਾਂ ਅੰਦਰਲੀ ਗੱਲ ਨੂੰ ਜਾਣਦੇ ਹਨ। ਦੇਖ, ਤੂੰ ਵੈਸੇ ਤਾਂ ਮਨ ਕਰਕੇ ਜਪਦਾ ਨਹੀਂ, ਜੇ ਜਪਦਾ ਹੈ ਕਰਨੀ ਥੋੜੀ ਹੁੰਦੀ ਹੈ, ਦਿਖਾਵਾ ਤੇਰਾ ਬਹੁਤ ਜ਼ਿਆਦਾ ਹੁੰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੁਲਤਾਨਪੁਰ ਸਾਹਿਬ ਜੀਆਂ ਦੀ ਪਾਵਨ ਪਵਿੱਤਰ ਨਗਰੀ ਨੂੰ ਭਾਗ ਲਾ ਰਹੇ ਹਨ, ਜਿੱਥੇ ਅੱਜ ਸਾਧ ਸੰਗਤ ਜੀ ਇੱਕ ਗੁਰਦੁਆਰਾ ਅੰਤਰਜਾਮਤਾ ਸਾਹਿਬ ਸੁਸ਼ੋਭਿਤ ਹੈ। ਉਸ ਜਗ੍ਹਾ ਤੇ ਜਿਸ ਸਮੇਂ ਮਹਾਰਾਜ ਜੀ ਪਹਿਲਾਂ ਤਾਂ ਕਬਰਸਤਾਨ ਵਿੱਚ ਬੈਠੇ ਮਹਾਰਾਜ ਜੀਆਂ ਨੇ ਨਾਅਰਾ ਲਾਇਆ, ਨਾ ਕੋ ਹਿੰਦੂ ਨਾ ਕੋ ਮੁਸਲਮਾਨ। ਸਭ ਸਾਧ ਸੰਗਤ ਜੀ ਦੇਖ ਰਹੇ ਸਨ ਉਸ ਸਮੇਂ ਦਾ ਅਵਾਹਮ ਕਿ ਇਹ ਕੀ ਹਜੂਰ ਨੇ ਆਪਣੇ ਮੁਖ ਤੋਂ ਬਚਨ ਕਹੇ ਹਨ। ਉਸ ਸਮੇਂ ਮੁਸਲਮਾਨੀ ਰਾਜ ਹੋਣ ਕਰਕੇ ਪੁੱਛਿਆ ਸੀ, ਆਪ ਹਿੰਦੂ ਹੋ ਕੇ ਮੁਸਲਮਾਨ? ਮਹਾਰਾਜ ਜੀਆਂ ਨੇ ਫਰਮਾਇਆ ਸੀ, ਅਸੀਂ ਸਭ ਦੇ ਸਾਂਝੇ ਹਾਂ। ਉਹਨਾਂ ਆਖਿਆ, ਜੇ ਸਾਂਝੇ ਹੋ ਤਾਂ ਸਾਡੇ ਨਾਲ ਜਿਸ ਤਰ੍ਹਾਂ ਨਵਾਜ਼ ਅਦਾ ਕਰੋ ਆ ਕੇ। ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਤੁਰ ਪਏ। ਉਸ ਸੁਲਤਾਨਪੁਰ ਸਾਹਿਬ ਦਾ ਨਵਾਬ ਦੌਲਤ ਖਾਂ ਤੇ ਸਾਧ ਸੰਗਤ ਜੀ ਉਥੋਂ ਦਾ ਕਾਜੀ ਜਿਸ ਸਮੇਂ ਹਜੂਰ ਤੁਰੇ ਜਾਂਦੇ ਹਨ, ਸਭ ਦੇਖਦੇ ਹਨ ਕਿ ਅੱਜ ਸ਼੍ਰੀ ਗੁਰੂ ਨਾਨਕ ਮੋਦੀ ਜੀ ਅੱਜ ਨਵਾਜ਼ ਅਦਾ ਕਰਨਗੇ ਜਾ ਕੇ। ਜਿਸ ਸਮੇਂ ਹਜੂਰ ਮਸੀਤ ਵਿੱਚ ਪਹੁੰਚੇ ਹਨ, ਸਭ ਆਪਣੇ ਆਪਣੇ ਨਵਾਜ਼ ਅਦਾ ਕਰ ਰਹੇ ਸਨ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਉਸੇ ਤਰ੍ਹਾਂ ਖੜੇ ਹਨ। ਉਸੇ ਸਮੇਂ ਕਾਜੀ ਨੇ ਜਿਸ ਸਮੇਂ ਆਖਿਆ ਤੇ ਨਵਾਬ ਦੌਲਤ ਖਾਂ ਨੇ, ਹਜੂਰ ਆਪ ਜੀਆਂ ਨੇ ਨਵਾਜ਼ ਅਦਾ ਨਹੀਂ ਕੀਤੀ। ਉਸ ਸਮੇਂ ਹਜੂਰ ਨੇ ਕਿਹਾ ਸੀ, ਅਸੀਂ ਆਖਿਆ ਸੀ ਤੁਹਾਡੇ ਨਾਲ ਨਵਾਜ਼ ਅਦਾ ਕਰਾਂਗੇ, ਪਰ ਤੁਸੀਂ ਕਿਹੜਾ ਨਵਾਜ਼ ਅਦਾ ਕੀਤੀ ਹੈ? ਹਜੂਰ ਅਸੀਂ ਤਾਂ ਕੀਤੀ ਹੈ, ਸਾਰੀ ਨਵਾਜ਼ ਕੀਤੀ ਹੈ। ਜੋ ਸਭ ਸਾਧ ਸੰਗਤ ਜੀ ਉਹ ਕਿਰਿਆ ਕਰਦੇ ਹਨ, ਕਹਿੰਦੇ ਹਨ ਮਹਾਰਾਜ ਜੀ ਅਸੀਂ ਸਭ ਕੁਝ ਕੀਤਾ ਸੀ। ਉਸ ਸਮੇਂ ਉਸ ਦੀ ਸਾਧ ਸੰਗਤ ਜੀ ਨਵਾਬ ਦੌਲਤ ਖਾਂ ਦੇ ਮਨ ਦੀ ਹਾਲਤ ਹਜੂਰ ਨੇ ਦਰਸਾਈ ਸੀ ਕਿ ਨਵਾਬ ਤੂੰ ਤਾਂ ਕਾਬਲ ਦੇ ਵਿੱਚ ਘੋੜੇ ਖਰੀਦ ਲਿਆ ਸੀ, ਬੈਠਾ ਭਾਵੇਂ ਇੱਥੇ ਸੀ। ਉਸੇ ਸਮੇਂ ਨਵਾਬ ਮੰਨ ਗਿਆ ਕਿ ਹਜੂਰ ਤਾਂ ਮਨ ਦੀ ਗੱਲ ਜਾਣਦੇ ਹਨ। ਵਾਕਈ ਹਜੂਰ, ਮੇਰਾ ਮਨ ਨਵਾਬ ਵਿੱਚ ਅਦਾ ਕਰਨ ਵਿੱਚ ਨਹੀਂ ਸੀ, ਮੇਰਾ ਮਨ ਤਾਂ ਕਿਤੇ ਹੋਰ ਗਿਆ ਸੀ। ਉਸੇ ਸਮੇਂ ਪਿੱਛੋਂ ਕਾਜੀ ਕਹਿੰਦਾ ਹੈ, ਮੈਂ ਤਾਂ ਨਵਾਜ਼ ਅਦਾ ਕੀਤੀ ਸੀ, ਤੁਸੀਂ ਮੇਰੇ ਨਾਲ ਕਰ ਲੈਂਦੇ। ਉਸ ਸਮੇਂ ਹਜੂਰ ਨੇ ਕਿਹਾ ਸੀ, ਕਾਜੀ ਤੂੰ ਐ ਧਾਰਮਿਕ ਬੰਦਾ, ਤੇਰਾ ਪਾਜ ਅਸੀਂ ਨਹੀਂ ਸੀ ਉਹ ਘੇੜਨਾ, ਪਰ ਜੇ ਤੂੰ ਕਹਿੰਦਾ ਹੈ ਵਾਰ-ਵਾਰ ਤੇਰੇ ਵੀ ਮਨ ਦੀ ਗੱਲ ਦੱਸ ਦਿੰਦੇ ਹਾਂ। ਘਰ ਜਿਹੜੀ ਤੇਰੀ ਨਵੀਂ ਗਾਂ ਸੂਈ ਹੈ, ਤੈਨੂੰ ਡਰ ਸੀ ਕਿ ਉਸ ਦਾ ਜੋ ਵੱਛਾ ਸੀ ਉਹ ਨਾਲ ਟੋਏ ਵਿੱਚ ਡਿੱਗ ਪੈਂਦਾ। ਕਾਜੀ ਮੁਕਰਦਾ ਸੀ ਸਾਧ ਸੰਗਤ ਜੀ। ਉਸ ਸਮੇਂ ਨਵਾਬ ਦੌਲਤ ਖਾਂ ਨੇ ਪੁੱਛਿਆ, ਕਾਜੀ ਘਰ ਵਿੱਚ ਕੋਈ ਪਸ਼ੂ ਸੋਇਆ ਹੈ? ਹਾਂ ਮਹਾਰਾਜ, ਕਾਜੀ ਕਹਿੰਦਾ ਹੈ ਸੋਇਆ ਹੈ। ਕੋਲ ਖੱਡਾ ਹੈਗਾ ਹੈ? ਕਾਜੀ ਕਹਿੰਦਾ ਹਾਂਜੀ ਮਹਾਰਾਜ ਹੈਗਾ ਹੈ। ਫਿਰ ਕਹਿੰਦੇ ਹਨ ਮੰਨ ਜਾ, ਕਿਉਂ ਨਹੀਂ ਮੰਨਦਾ? ਐਸੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਰਹਿਤ ਅਵਰ ਕੱਛ ਅਵਰ ਕਮਾਵਤ। ਇਹ ਬੰਦੇ ਦੀ ਰਹਿਣੀ ਕਿਸ ਤਰ੍ਹਾਂ ਦੀ ਹੈ, ਕਮਾਉਂਦਾ ਕਿਸ ਤਰ੍ਹਾਂ ਦਾ ਹੈ? ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ। ਜੇ ਸਾਧ ਸੰਗਤ ਜੀ ਮਨ ਵਿੱਚ ਪ੍ਰੀਤ ਹੁੰਦੀ ਨਹੀਂ, ਮੁਖੋਂ ਬੜਾ ਦਾਨਾ ਬਣ ਬਣ ਕੇ ਹਰੇਕ ਦੇ ਅੱਗੇ ਦਿਖਾਉਂਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਜਾਣਨ ਹਾਰ ਪ੍ਰਭੂ ਪ੍ਰਬੀਣ। ਮਹਾਰਾਜ ਜੀ ਤਾਂ ਸਭ ਦੇ ਦਿਲਾਂ ਦੀ ਜਾਣਦੇ ਹਨ।
ਕਿਹੜਾ ਕਿੰਨੇ ਪ੍ਰੇਮ ਦੇ ਨਾਲ ਦਰਬਾਰ ਵਿੱਚ ਆ ਕੇ ਅਦਬ ਸਹਿਤ ਸੀਸ ਝੁਕਾਉਂਦਾ ਹੈ, ਕਿੰਨੇ ਅਦਬ ਨਾਲ ਸੇਵਾ ਕਰਦਾ ਹੈ। ਬਾਹਰ ਭੇਖ ਨਾ ਕਾਹੂ ਭੀਨ, ਜੇ ਤੂੰ ਦੇਖਦਾ ਹੈ ਕਿ ਮੈਂ ਬਾਹਰ ਬਾਣਾ ਧਾਰਨ ਕਰ ਲਵਾਂਗਾ, ਹਜੂਰ ਸ਼ਾਇਦ ਮੇਰੇ ਤੇ ਰੀਝ ਜਾਣ। ਮਹਾਰਾਜ ਜੀ ਫਰਮਾਉਂਦੇ ਹਨ, ਸੰਸਾਰ ਤਾਂ ਰੀਝ ਜਾਂਦਾ ਹੈ ਦੇਖ ਕੇ, ਪਰ ਜਾਣਨਹਾਰ ਪ੍ਰਭੂ ਪ੍ਰਬੀਨ, ਬਾਹਰ ਭੇਖ ਨਾ ਕਾਹੂ ਭੀਨ। ਮਹਾਰਾਜ ਜੀ ਬਾਹਰੀ ਸੂਰਤ ਦੇਖ ਕੇ ਨਹੀਂ ਪਤੀਜਦੇ। ਜਿਸ ਤਰ੍ਹਾਂ ਸਾਧ ਸੰਗਤ ਜੀ ਭਾਈ ਬਹਿਲੋ ਜੀ ਬਾਹਰੋਂ ਤਾਂ ਸਾਰੀ ਚਮੜੀ ਸੜ ਗਈ ਸੀ ਆਵਿਆਂ ਦੇ ਵਿੱਚ ਚਿੱਟਾਂ ਪਕਾਉਂਦੇ ਹੋਏ, ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਬਾਹਰੀ ਸੂਰਤ ਥੋੜੀ ਨਾ ਦੇਖੀ ਸੀ। ਭਾਈ ਬਹਿਲੋ ਜੀ ਅੰਦਰੋਂ ਸੁੰਦਰ ਹੋ ਗਏ ਸੀ। ਹਜੂਰ ਨੇ ਲੈਣ ਵਿੱਚ ਲੱਗੇ ਭਾਈ ਬਹਿਲੋ ਨੂੰ ਸਭ ਤੋਂ ਪਿੱਛੋਂ ਆਵਾਜ਼ ਮਾਰ ਕੇ ਕਿਹਾ ਸੀ, ਭਾਈ ਬਹਿਲੋ ਸਭ ਤੋਂ ਪਹਿਲੋਂ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਮਹਾਰਾਜ ਜੀ ਫਰਮਾਉਂਦੇ ਹਨ, ਤੂੰ ਮਨ ਕਰਕੇ ਕਦੇ ਮਹਾਰਾਜ ਜੀਆਂ ਦੇ ਗੁਣ ਨਹੀਂ ਗਾਇਨ ਕੀਤੇ, ਕਿਉਂਕਿ ਸਾਧ ਸੰਗਤ ਜੀ ਪੂਰੇ ਗੁਰੂ ਨੂੰ ਨਹੀਂ ਛਲਿਆ ਜਾ ਸਕਦਾ। ਇਹ ਜੋ ਬੰਦਾ ਹੈ ਸਾਧ ਸੰਗਤ ਜੀ, ਜੇ ਥੋੜੀ ਬਹੁਤੀ ਕਿਤੇ ਭਜਨ ਬੰਦਗੀ ਹੋਵੇ, ਐਸੀ ਸਾਧ ਸੰਗਤ ਜੀ ਜਦੋਂ ਬੰਦਾ ਮਾਇਆ ਕਮਾਉਂਦਾ ਹੈ ਉਸ ਨੂੰ ਲੁਕੋ ਕੇ ਰੱਖਦਾ ਹੈ। ਜਿਸ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਸਾਜਨ ਸੈਣ ਮੀਤ ਸੁਤ ਭਾਈ, ਤਾਹੂ ਤੇ ਲੈ ਰੱਖੀ ਨਿਰਾਰੀ। ਜਦੋਂ ਕਮਾਈ ਕਰਕੇ ਬੰਦਾ ਲੈ ਕੇ ਆਉਂਦਾ ਹੈ ਆਪਣੇ ਮਿੱਤਰਾਂ ਤੋਂ, ਭਾਵ ਇਥੋਂ ਤਿੱਕਰ ਕਿ ਆਪਣੇ ਪੁੱਤਰਾਂ ਤੋਂ ਵੀ ਲੁਕੋ ਕੇ ਰੱਖਦਾ ਹੈ। ਪਰ ਜਦੋਂ ਸਾਧ ਸੰਗਤ ਜੀ ਸੁਖਮਨੀ ਸਾਹਿਬ ਦਾ ਇੱਕ ਪਾਠ ਕਰੇ, ਚਾਹੀਦਾ ਤਾਂ ਸੀ ਕਿ ਨਾਮ ਧਨ ਨੂੰ ਵੀ ਲੁਕਾਉਣਾ ਨਿਮਰਤਾ ਆਉਂਦੀ, ਪਰ ਕਹਿੰਦਾ ਹੈ ਬੜਾ ਆਨੰਦ ਆਇਆ ਅੱਜ। ਸਾਡਾ ਤਾਂ ਕੰਮ ਜੀ ਇਹੋ ਹੀ ਹੈ, ਅੰਮ੍ਰਿਤ ਵੇਲੇ ਗੁਰੂ ਘਰੇ ਚਲੇ ਜਾਂਦੇ ਹਾਂ। ਪਰ ਮਹਾਰਾਜ ਜੀ ਫਰਮਾਉਂਦੇ ਹਨ, ਦੇਖ ਤੂੰ ਦਿਖਾਵੇ ਵਾਸਤੇ ਜੇ ਭਜਨ ਬੰਦਗੀ ਕਰਦਾ ਹੈ, ਜੀਵ ਜਿਸ ਤਰ੍ਹਾਂ ਕਾਹੇ ਰੇ ਬਕਬਾਦ ਲਾਇਓ, ਜਿਨ ਹਰ ਪਾਇਓ ਤਿਨ ਹੈ ਛਪਾਇਓ। ਮਹਾਰਾਜ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਹਰੀ ਨੂੰ ਪਾ ਲਿਆ ਹੈ ਉਹ ਫਿਰ ਛਪਾ ਲੈਂਦੇ ਹਨ ਆਪਣੇ ਹਿਰਦੇ ਦੇ ਵਿੱਚ, ਕਿਸੇ ਨੂੰ ਦੱਸਦੇ ਨਹੀਂ। ਜਿਸ ਤਰ੍ਹਾਂ ਸਾਧ ਸੰਗਤ ਜੀ ਖੇਤੀ ਕਰੀਦੀ ਹੈ, ਨਾਮ ਦਾ ਬੀਜ ਬੀਜੀਦਾ ਹੈ, ਫਿਰ ਸਾਧ ਸੰਗਤ ਜੀ ਵਾੜ ਵੀ ਲਾਉਣੀ ਪੈਂਦੀ ਹੈ ਪਸ਼ੂਆਂ ਤੋਂ। ਇਹ ਵਾੜ ਦੀ ਨਿਆਈ ਰਹਿਤ ਮਰਿਆਦਾ ਦੀ ਗੁਰਸਿੱਖ ਵਾੜ ਲਾ ਦਿੰਦੇ ਹਨ। ਜਿਹੜੇ ਬਾਹਰੀ ਜੀਵ ਪਸ਼ੂ ਆਉਂਦੇ ਹਨ, ਜਿਹੜੇ ਵਿਕਾਰਾਂ ਦੀ ਨਿਆਈ, ਫਿਰ ਸਾਧ ਸੰਗਤ ਜੀ ਇਹ ਤਾਂ ਪਸ਼ੂਆਂ ਤੋਂ ਬਚ ਜਾਈਦਾ ਹੈ। ਫਿਰ ਜੇ ਬੀਜ ਉੱਤੇ ਸੁਹਾਗਾ ਨਾ ਫੇਰਿਆ ਹੋਵੇ, ਉਹ ਬੀਜ ਪੰਛੀ ਚੁੱਕ ਕੇ ਲੈ ਜਾਂਦੇ ਹਨ। ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਨਾਮ ਬੀਜੀਏ ਉੱਤੇ ਨਿਮਰਤਾ ਦਾ ਸੁਹਾਗਾ ਫੇਰ ਦੇਣਾ ਹੈ। ਮਹਾਰਾਜ ਜੀ ਅਸੀਂ ਕੀ ਆਪ ਜੀਆਂ ਦੇ ਗੁਣ ਗਾ ਸਕਦੇ ਹਾਂ, ਆਪ ਕਿਰਪਾ ਕਰਦੇ ਹੋ ਜੋ ਮਹਾਰਾਜ ਜੀ ਸਾਡੇ ਤੋਂ ਨਾਮ ਥੋੜਾ ਬਹੁਤਾ ਜਪਾ ਲੈਂਦੇ ਹੋ, ਇਸੇ ਕਰਕੇ ਉੱਤੇ ਸੁਹਾਗਾ ਫੇਰ ਦਿੰਦੇ ਹਨ। ਇਹ ਜਿਹੜੇ ਵਿਸ਼ਿਆਂ ਦੇ ਹੰਕਾਰ ਦੇ ਪੰਛੀ ਆਉਂਦੇ ਹਨ, ਫਿਰ ਸਾਧ ਸੰਗਤ ਜੀ ਉਸ ਬੀਜ ਨੂੰ ਨਹੀਂ ਖਾ ਸਕਦੇ। ਹਜੂਰ ਕਹਿੰਦੇ ਹਨ, ਮਨ ਕਰ ਕਬਹੂ ਨਾ ਹਰ ਗੁਣ ਗਾਇਓ, ਵਿਖਿਆ ਸਕਤ ਰਹਿਓ ਨਿਸ ਬਾਸੁਰ, ਕੀਨੋ ਆਪਨੋ ਭਾਇਓ। ਦੇਖ ਜੀਵ ਰਾਤ ਦਿਨ ਨਿਸ ਤੇ ਬਾਸੁਰ, ਰਾਤ ਦਿਨ ਮਹਾਰਾਜ ਜੀ ਕਹਿੰਦੇ ਹਨ ਵਿਸ਼ਿਆਂ ਦੇ ਵਿੱਚ ਇਸ ਦਾ ਮਨ ਲੱਗਾ ਹੈ। ਦਿਨੇ ਤਾਂ ਭੋਗਦਾ ਹੈ, ਰਾਤ ਨੂੰ ਵੀ ਜੇ ਮੌਕਾ ਮਿਲੇ ਅੱਗੋਂ ਦੇਖੈ ਪਿੱਛੋਂ ਦੇਖੈ, ਅੱਗੋਂ ਵੀ ਦੇਖਦਾ ਹੈ ਪਿੱਛੋਂ ਵੀ ਦੇਖਦਾ ਹੈ, ਮੈਨੂੰ ਕੋਈ ਦੇਖ ਤਾਂ ਨਹੀਂ ਰਿਹਾ। ਪਰ ਹਜੂਰ ਤੋਂ ਸਾਧ ਸੰਗਤ ਜੀ ਕੀ ਛਪਿਆ ਹੈ? ਮਹਾਰਾਜ ਜੀ ਫਰਮਾਉਂਦੇ ਹਨ, ਵਿਖਿਆ ਸਕਤ ਰਹਿਓ ਨਿਸ ਬਾਸੁਰ, ਕੀਨੋ ਆਪਨੋ ਭਾਇਓ। ਜਿਸ ਤਰ੍ਹਾਂ ਮਹਾਰਾਜ ਜੀ ਬੜਾ ਸੁੰਦਰ ਪ੍ਰਮਾਣ ਦੇ ਕੇ ਫਰਮਾਉਂਦੇ ਹਨ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਹ। ਜਿਸ ਤਰ੍ਹਾਂ ਮਛਲੀ ਸਾਧ ਸੰਗਤ ਜੀ ਸਮੁੰਦਰ ਦੇ ਵਿੱਚ ਤਾਰੀਆਂ ਲਾ ਰਹੀ ਸੀ, ਉਸਨੇ ਜਾਲ ਨੂੰ ਨਹੀਂ ਜਾਣਿਆ। ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹ। ਬੜੀ ਮੱਛੀ ਤੂੰ ਤਾਂ ਸੁੰਦਰ ਸੀ, ਫਿਰ ਵਿਸਾਹ ਕਿਉਂ ਕੀਤਾ? ਇਹ ਸਾਧ ਸੰਗਤ ਜੀ ਮੱਛੀ ਕੌਣ ਹੈ? ਹਜੂਰ ਕਿਰਪਾ ਕਰਕੇ ਦੱਸਦੇ ਹਨ, ਭਾਈ ਰੇ
ਇਉਂ ਸਿਰ ਜਾਣੋ ਕਾਲ, ਜਿਉਂ ਮੱਛੀ ਤਿਉਂ ਮਾਨਸਾ। ਮਹਾਰਾਜ ਜੀ ਕਹਿੰਦੇ ਹਨ, ਇਹ ਮੱਛੀ ਦੀ ਨਿਆਈ ਇਹ ਜੀਵ ਮਾਨਸ ਹੈ, ਪਵੈ ਅਚਿੰਤਾ ਜਾਲ। ਅਚਿੰਤਾ ਜਾਲ ਇਸ ਨੂੰ ਜਦੋਂ ਆ ਕੇ ਪੈ ਜਾਂਦਾ ਹੈ ਸਾਧ ਸੰਗਤ ਜੀ, ਇਹ ਮੱਛੀ ਦੀ ਨਿਆਈ ਜੋ ਸਮੁੰਦਰ ਅਸਗਾਹ ਬੜਾ ਸਾਧ ਸੰਗਤ ਜੀ ਡੂੰਘਾ ਹੈ। ਡੂੰਘੇ ਤੋਂ ਭਾਵ ਬੰਦੇ ਨੂੰ ਕਦੇ ਰੱਜ ਨਹੀਂ ਆਉਂਦਾ, ਰਾਜਾ ਰਾਜ ਨਾ ਤ੍ਰਿਪਤਿਆ। ਜਿੰਨੇ ਮਰਜੀ ਪਦਾਰਥ ਮਿਲ ਜਾਣ ਹਜੇ ਸਾਧ ਸੰਗਤ ਜੀ ਕਹਿੰਦਾ ਹੈ ਚੰਦ ਨੂੰ ਜਾਣ ਨੂੰ ਸੁਵਿਧਾ ਨਹੀਂ ਬਣੀ। ਕਹਿੰਦਾ ਹੈ ਨਹੀਂ ਤਾਂ ਮੈਂ ਉੱਥੇ ਵੀ ਪੱਕਾ ਹੋ ਜਾਣਾ ਹੈ, ਕਿਉਂਕਿ ਸਾਧ ਸੰਗਤ ਜੀ ਕਿਤੇ ਵੀ ਬੰਦੇ ਨੂੰ ਰੱਜ ਨਹੀਂ ਜੇ ਆਉਂਦਾ। ਮਹਾਰਾਜ ਜੀ ਫਰਮਾਉਂਦੇ ਹਨ, ਇਹ ਸੰਸਾਰ ਬੜਾ ਡੂੰਘਾ ਸੀ, ਖਾਰੇ ਦੀ ਨਿਆਈ ਅੰਤਲੇ ਸਮੇਂ ਇਸ ਨੂੰ ਦਿਖਦਾ ਹੈ ਸਾਰੀ ਉਮਰ ਮੈਂ ਕੱਢਤੀ, ਮੇਰੇ ਨਾਲ ਨਹੀਂ ਕੁਝ ਜਾ ਰਿਹਾ। ਫਿਰ ਹਜੂਰ ਨੇ ਕਿਰਪਾ ਕਰਕੇ ਦੱਸਿਆ ਹੈ, ਭਾਈ ਰੇ ਇਉਂ ਸਿਰ ਜਾਣੋ ਕਾਲ। ਇਸੇ ਤਰ੍ਹਾਂ ਜਾਲ ਦੀ ਨਿਆਈ ਸਿਰ ਤੇ ਕਾਲ ਜਾਣੋ। ਗਲਤੀ ਮਹਾਰਾਜ ਜੀ ਕਹਿੰਦੇ ਹਨ ਜਾਲ ਦੀ ਨਹੀਂ, ਨਾ ਹੀ ਸ਼ਿਕਾਰੀ ਉਸ ਫੰਦਕ ਦੀ ਹੈ, ਗਲਤੀ ਹੈ ਇਸ ਜੀਵ ਦੀ। ਮਹਾਰਾਜ ਜੀਆਂ ਨੇ ਫਰਮਾਇਆ ਸੀ, ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹ। ਭਾਵ ਇੰਨੀ ਸੁੰਦਰ ਸੀ। ਹਜੂਰ ਕਹਿੰਦੇ ਤੂੰ ਵਸਾਹ ਕਿਉਂ ਕੀਤਾ? ਇਹ ਬੰਦੇ ਨੂੰ ਪਤਾ ਹੀ ਹੈ ਸਾਧ ਸੰਗਤ ਜੀ, ਭੁੱਲ ਕਿਹਨੂੰ ਹੈ? ਆਪਦੇ ਨਾਲ ਦੇ ਬੰਦੇ ਖੋਜ ਦਿਲ ਹਰ ਰੋਜ਼ ਦੇਖ ਆਪਣੇ ਦਿਲ ਨੂੰ ਖੋਜ ਕੇ ਤੇਰੇ ਨਾਲ ਦੇ ਤੁਰ ਗਏ, ਤੇਰੇ ਨਾਲ ਦੇ। ਹਾਂਜੀ ਮਹਾਰਾਜ ਜੀ ਤੁਰ ਗਏ ਨੇ, ਤੂੰ ਵੀ ਜਾਵੇਂਗਾ? ਹਾਂਜੀ ਮਹਾਰਾਜ ਮੈਂ ਵੀ ਚਲੇ ਜਾਣਾ ਹੈ। ਕਿਹਨੂੰ ਨਹੀਂ ਪਤਾ ਨਹੀਂ ਜਾਣਾ। ਫਿਰ ਹਜੂਰ ਕਹਿੰਦੇ ਹਨ ਵਸਾਹ ਕਾਤੋਂ ਕੀਤਾ? ਇਸੇ ਤਰ੍ਹਾਂ ਸਾਧ ਸੰਗਤ ਜੀ ਜੇ ਬੰਦਾ ਥੋੜਾ ਭਜਨ ਬੰਦਗੀ ਕਰਨ ਲੱਗ ਜਾਵੇ, ਫਿਰ ਕਵੇ ਮੈਂ ਮਾੜੀ ਸੰਗਤ ਵਿੱਚ ਚਲੇ ਜਾਣਾ ਹਾਂ, ਮੈਨੂੰ ਕੀ ਹੋਣ ਲੱਗਾ ਹੈ। ਸਾਧ ਸੰਗਤ ਜੀ ਐਸਾ ਭਾਰੀ ਕਲਯੁਗ ਦਾ ਸਮਾਂ ਹੈ, ਹਜੂਰ ਦੀ ਸਤ ਸੰਗਤ ਵਿੱਚ ਬੈਠਣ ਨਾਲ ਹੀ ਗਤੀ ਮਿਲ ਸਕਦੀ ਹੈ, ਨਹੀਂ ਤਾਂ ਬਾਹਰ ਸਾਧ ਸੰਗਤ ਜੀ ਅੱਗ ਲੱਗੀ ਹੋਈ ਹੈ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਿਉਂ ਮਛਲੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ। ਇਸੇ ਤਰ੍ਹਾਂ ਫਿਰ ਮੱਛੀ ਦੀ ਨਿਆਈ ਇਸ ਮਾਨਸ ਨੂੰ ਅਚਿੰਤੇ ਜਾਲ ਪੈ ਜਾਂਦੇ ਹਨ। ਜਿਸ ਤਰ੍ਹਾਂ ਸਾਧ ਸੰਗਤ ਜੀ ਜਾਲ ਪਸਾਰ ਚੋਗ ਵਿਸਥਾਰੀ ਪੰਖੀ ਜਿਉਂ ਫਹਾਵਤ ਹੈ। ਮਹਾਰਾਜ ਜੀ ਫਰਮਾਉਂਦੇ ਹਨ ਸਭ ਜਗ੍ਹਾ ਤੇ ਜਾਲ ਹੀ ਪਏ ਹੋਏ ਹਨ। ਜਿਸ ਤਰ੍ਹਾਂ ਪੰਛੀ ਨੂੰ ਪਕੜ ਲੈਂਦੇ ਹਨ ਸ਼ਿਕਾਰੀ, ਇਸੇ ਤਰ੍ਹਾਂ ਬੰਦਿਆ ਤੇਰੀ ਹਾਲਤ ਹੈ, ਵਿਖਿਆ ਸਕਤ ਰਹਿਓ ਨਿਸਬਾਸਰ। ਮਹਾਰਾਜ ਜੀ ਕਹਿੰਦੇ ਹਨ ਰਾਤ ਦਿਨ ਤੂੰ ਕਿਹਨਾਂ ਨਾਲ ਪ੍ਰੇਮ ਕੀਤਾ ਹੈ, ਕਿਹਨੂੰ ਆਪਣੋ ਭਾਇਓ। ਆਪਣੇ ਮਨ ਭਾਉਂਦੇ ਤੂੰ ਸਭ ਕੰਮ ਕੀਤੇ ਨੇ। ਭਾਲਦਾ ਹੈ ਮੈਂ ਗੁਰਮੁਖ ਬਣਾ, ਭਾਲਦਾ ਹੈ ਮੈਂ ਮੁਕਤ ਹੋਵਾਂ। ਕਹਿੰਦਾ ਸੀ ਮੈਨੂੰ ਕੌਣ ਦੇਖਦਾ ਹੈ, ਜੋ ਮਰਜੀ ਮੈਂ ਖਾਵਾਂ ਪੀਵਾਂ ਸ਼ਰਾਬਾਂ ਪੀਵਾਂ ਐਸ ਕਰਾਂ, ਕਿਹਨੂੰ ਆਪਣੋ ਭਾਇਓ। ਕਹਿੰਦਾ ਹੈ ਮੈਨੂੰ ਕੌਣ ਰੋਕ ਸਕਦਾ ਹੈ, ਮੈਂ ਜੋ ਮਰਜੀ ਸੁਣਾ ਜਿੱਥੇ ਮਰਜੀ ਜਾਵਾਂ, ਕਿਹਨੂੰ ਆਪਣੋ ਭਾਇਓ। ਜਿੰਦੇ ਨਾਲ ਮਰਜੀ ਠੱਗੀ ਕਰਾਂ, ਮੈਨੂੰ ਕੀ ਲੱਗਣ ਲੱਗਾ ਹੈ। ਹਜੂਰ ਕਹਿੰਦੇ ਹਨ ਫਿਰ ਆਪਣਾ ਕੀਤਾ ਬੰਦਿਆ ਤੂੰ ਪਾਵੇਂਗਾ ਰਹਾਓ। ਵਿਸ਼ਰਾਮ ਦੇ ਕੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਗੁਰ ਉਪਦੇਸ਼ ਸੁਣਿਓ ਨਹਿ ਕਾਨਨ। ਮਹਾਰਾਜ ਜੀ ਫਰਮਾਉਂਦੇ ਹਨ ਗੁਰੂ ਜੀ ਦਾ ਜੋ ਪਵਿੱਤਰ ਉਪਦੇਸ਼ ਸੀ ਉਹ ਤੂੰ ਕੰਨਾਂ ਕਰਕੇ ਕਦੇ ਸੁਣਿਆ ਹੀ ਨਹੀਂ, ਪਰ ਦਾਰਾ ਲਪਟਾਇਓ। ਇੱਥੇ ਸਾਧ ਸੰਗਤ ਜੀ ਵੱਡੀ ਸਿੱਖਿਆ ਕਲਯੁਗ ਦੇ ਸਮੇਂ ਵਿੱਚ ਹਜੂਰ ਦੇ ਰਹੇ ਹਨ ਕਿ ਜੇ ਤੂੰ ਕੰਨਾਂ ਨਾਲ ਸੁਣਿਆ ਹੁੰਦਾ ਤੂੰ ਅਮਲ ਕਰਨਾ ਸੀ, ਪਰ ਤੂੰ ਸੁਣ ਕੇ ਵਿਅਰਥ ਹੀ ਛੱਡਿਆ, ਜਿੰਦੇ ਕਰਕੇ ਪਰਦਾਰਾ ਲਪਟਾਇਓ। ਪਰਾਈਆਂ ਇਸਤਰੀਆਂ ਦੇ ਨਾਲ ਲੰਪਟ ਹੋ ਰਿਹਾ ਹੈ। ਬਾਜਾਂ ਵਾਲੇ ਪਿਤਾ ਜੀਆਂ ਨੇ ਸਾਧ ਸੰਗਤ ਜੀ ਕੈਸੇ ਉਪਦੇਸ਼ ਦਿੱਤੇ ਹਨ। ਹਜੂਰ ਫਰਮਾਉਂਦੇ ਹਨ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ। ਜਿਸ ਸਮੇਂ ਸਾਨੂੰ ਸੋਝੀ ਆਈ ਥੋੜੀ ਜੀ ਸਰੀਰਕ ਆਯੂ ਕਰਕੇ, ਸਾਨੂੰ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਐਸੇ ਬਚਨ ਸੁਣਾਏ, ਪੂਤ ਇਹ ਪ੍ਰਾਣ ਤੋਹੇ ਪ੍ਰਾਣ ਜਬ ਲਗ ਘਟ ਧਾਰੇ। ਮਹਾਰਾਜ ਜੀਆਂ ਨੇ ਪੂਤ ਇਹ ਪ੍ਰਾਣ ਤੋਹੇ। ਵਾਹਿਗੁਰੂ ਮਹਾਰਾਜ ਜੀਆਂ ਨੇ ਕਿਹਾ ਪੁੱਤਰ ਇੱਕ ਤੇਰੇ ਨਾਲ ਪ੍ਰਣ ਹੈ, ਜਿੰਨਾ ਚਿਰ ਤੇਰੇ ਸਰੀਰ ਦੇ ਵਿੱਚ ਪ੍ਰਾਣ ਰਹਿਣ, ਨਿਜ ਨਾਰੀ ਕੇ ਸੰਗ ਨੇਹੋ ਤੁਮ ਨਿਤ ਵਡਈਓ, ਪਰ ਨਾਰੀ ਕੀ ਸੇਜ ਭੂਲ ਸੁਪਨੇ ਹੋ ਨਾ ਜਈਓ। ਮਹਾਰਾਜ ਜੀ ਫਰਮਾਉਂਦੇ ਹਨ ਸਾਨੂੰ ਪਿਤਾ ਜੀਆਂ ਨੇ ਉਪਦੇਸ਼ ਦਿੱਤਾ ਹੈ ਕਿ ਨਿਜ ਨਾਰੀ ਭਾਵ ਆਪਣੀ ਇਸਤਰੀ ਦੇ ਨਾਲ
ਪ੍ਰੇਮ ਪਿਆਰ ਦੇ ਨਾਲ ਨਿਤਾ ਪ੍ਰਤੀ ਪ੍ਰੇਮ ਵਧਾਉਣਾ, ਪਰ ਪਰਾਈ ਇਸਤਰੀ ਦੀ ਸੇਜ ਭੁੱਲ ਕੇ ਸੁਪਨੇ ਵਿੱਚ ਵੀ ਨਹੀਂ ਜਾਣਾ। ਸੁਪਨੇ ਵਿੱਚ ਜਾਣ ਤੋਂ ਵੀ ਮਹਾਰਾਜ ਜੀ ਫਰਮਾਉਂਦੇ ਹਨ, ਐਸੀ ਸਿੱਖਿਆ ਦਿੰਦੇ ਹਨ। ਪਰ ਹਜ਼ੂਰ ਕਹਿੰਦੇ ਹਨ, ਗੁਰੂ ਉਪਦੇਸ਼ ਸੁਣਿਓ ਨਹਿ ਕਾਨਨ। ਇਹ ਮਹਾਰਾਜ ਜੀਆਂ ਦਾ ਉਪਦੇਸ਼ ਤੈਨੂੰ ਬੜਾ ਚੁੱਭਦਾ ਹੈ। ਕੀਨੋ ਆਪਣੋ ਭਾਇਓ, ਤੂੰ ਚਾਹਣਾ ਹੈ ਮੈਂ ਆਪਣੇ ਮਨ ਭਾਉਂਦੀਆਂ ਕਰਾਂ, ਜਿੱਥੇ ਮਰਜੀ ਜਾਵਾਂ, ਮੈਨੂੰ ਕੌਣ ਰੋਕੇ। ਪਰ ਹਜ਼ੂਰ ਦਾ ਸ਼ਬਦ ਇਸੇ ਕਰਕੇ ਨਹੀਂ ਜੀਵ ਸੁਣਦਾ, ਸ਼ੀਸ਼ਾ ਦਿਖਾਉਂਦਾ ਹੈ ਸਾਧ ਸੰਗਤ ਜੀ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਦਾ ਉਪਦੇਸ਼, ਪਰ ਦਾਰਾ ਲਪਟਾਇਓ, ਪਰਾਈਆਂ ਇਸਤਰੀਆਂ ਦੇ ਨਾਲ ਲੰਪਟ ਹੋ ਰਿਹਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਫਰਮਾਉਂਦੇ ਹਨ, ਲੋਕ ਲਾਜ ਕੋ ਛੱਡ ਕਛੂ ਕਾਰਜ ਨਹਿ ਕਰਿਓ। ਮਹਾਰਾਜ ਜੀ ਫਰਮਾਉਂਦੇ ਹਨ, ਲੋਕ ਲੱਜਾ ਨੂੰ ਛੱਡ ਕੇ ਕੁਝ ਇਸ ਤਰ੍ਹਾਂ ਮਹਾਰਾਜ ਜੀਆਂ ਦੀ ਸਿੱਖਿਆ ਤੋਂ ਪਰੇ ਕੋਈ ਕਾਰਜ ਨਹੀਂ ਜੀਵ ਨੂੰ ਕਰਨੇ ਚਾਹੀਦੇ। ਪਰ ਨਾਰੀ ਕੀ ਸੇਜ ਭਾਵ ਸੁਪਨੇ ਹੂੰ ਨਾ ਧਰਿਓ। ਮਹਾਰਾਜ ਜੀ ਫਰਮਾਉਂਦੇ ਹਨ, ਪਰਾਈ ਇਸਤਰੀ ਦੀ ਸੇਜਾ ਤੇ ਪੈਰ ਸੁਪਨੇ ਵਿੱਚ ਵੀ ਨਹੀਂ ਧਰਨਾ ਚਾਹੀਦਾ। ਗੁਰ ਜਬ ਤੇ ਮੋਹਿ ਕਹਿਓ, ਇਹ ਪ੍ਰਣ ਲਓ ਸੋ ਧਾਰੈ। ਮਹਾਰਾਜ ਜੀ ਫਰਮਾਉਂਦੇ ਹਨ, ਸਾਨੂੰ ਜਦੋਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਐਸੇ ਬਚਨ ਕਹੇ ਹਨ, ਇਹ ਅਸੀਂ ਆਪਣੇ ਪ੍ਰਾਣਾਂ ਵਿੱਚ ਧਾਰ ਲਏ ਹਨ। ਹਉ ਪਰ ਧਨ ਪਾਹੁਣ ਤੁਲ, ਪਰਾਇਆ ਧਨ ਪੱਥਰ ਦੇ ਸਮਾਨ ਹੈ। ਤ੍ਰਿਆ ਪਰਮਾਤ ਹਮਾਰੇ, ਇਹ ਹਜ਼ੂਰ ਦੇ ਘਰ ਦਾ ਵੱਡਾ ਉਪਦੇਸ਼ ਹੈ। ਪਰਾਈ ਇਸਤਰੀ ਸਾਡੇ ਲਈ ਮਾਤਾ ਸਮਾਨ ਹੈ। ਇਹ ਬਾਜਾਂ ਵਾਲੇ ਪਿਤਾ ਜੀਆਂ ਦਾ ਸਾਧ ਸੰਗਤ ਜੀ ਉਪਦੇਸ਼ ਸੀ। ਪਰ ਹਜ਼ੂਰ ਕਹਿੰਦੇ ਹਨ, ਗੁਰ ਉਪਦੇਸ਼ ਸੁਣਿਓ ਨਹਿ ਕਾਨਨ। ਗੁਰੂ ਦਾ ਉਪਦੇਸ਼ ਸੁਣਨਾ ਤਾਂ ਕੀ ਸੀ ਸਾਧ ਸੰਗਤ ਜੀ। ਅੱਜ ਐਸੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਜ਼ੂਰ ਦੁਆਰਾ ਉਚਾਰਨ ਕੀਤੀ ਹੋਈ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ ਤੇ ਜੀਵ ਕਟਾਕਸ਼ ਕਰਦਾ ਹੈ, ਪੜੀ ਹੈ ਨਹੀਂ। ਐਸਾ ਉਪਦੇਸ਼ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਹਉ ਪਰ ਧਨ ਪਾਹੁਣ ਤੁਲ, ਤ੍ਰਿਆ ਪਰਮਾਤ ਹਮਾਰੇ। ਐਸੇ ਉੱਚੇ ਸੁੱਚੇ ਉਪਦੇਸ਼ ਹਨ, ਜਿੱਥੇ ਸਾਧ ਸੰਗਤ ਜੀ ਮਹਾਰਾਜ ਜੀਆਂ ਦੀ ਬਾਣੀ ਬਾਬਤ ਕਹਿ ਦਿੰਦੇ ਹਨ, ਉਹਦੇ ਤੇ ਜੀ ਅਸ਼ਲੀਲ ਗੱਲਾਂ ਲਿਖੀਆਂ ਹਨ। ਜਿਸ ਜਗ੍ਹਾ ਤੇ ਬੋਰਡ ਲਾਇਆ ਜਾਵੇ, ਇਸ ਜਗ੍ਹਾ ਤੇ ਤਿਲਕਣ ਹੈ ਜੀ, ਕੌਸ਼ਨ ਦਾ ਸਾਈਨ ਲਾਇਆ ਜਾਵੇ, ਇੱਥੋਂ ਸੰਭਲ ਕੇ ਤੁਰਿਓ, ਤੁਸੀਂ ਡਿੱਗ ਸਕਦੇ ਹੋ। ਜੇ ਬੰਦਾ ਉੱਥੇ ਜਾ ਕੇ ਹੀ ਡਿੱਗੇ, ਇਹ ਆਪਣੀ ਮੂਰਖਤਾਈ ਹੈ। ਹਜ਼ੂਰ ਨੇ ਦੱਸਿਆ ਹੈ ਕਿ ਜੀਵਨ ਵਿੱਚ ਤੂੰ ਇਹਨਾਂ ਜਗ੍ਹਾ ਤੇ ਡਿੱਗ ਸਕਦਾ ਹੈ, ਇੱਥੇ ਤਿਲਕਣ ਹੈ, ਐਸਾ ਡਿੱਗੇਗਾ ਕੋਈ ਹੱਡੀ ਹੁੱਡੀ ਤੇਰੀ ਟੁੱਟੂਗੀ। ਮਹਾਰਾਜ ਜੀ ਕਹਿੰਦੇ ਹਨ, ਸੰਭਲ ਕੇ ਤੁਰਨਾ। ਪਰ ਸਾਧ ਸੰਗਤ ਜੀ, ਜੇ ਮੂਰਖ ਦੀ ਨਿਆਈ ਜੀਵ ਕਵੇ ਮੈਂ ਤਾਂ ਤੁਰਨਾ ਹੀ ਉੱਥੇ ਹੈ, ਡਿੱਗੇਗਾ ਹੀ। ਐਸੇ ਧੰਨ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਗੁਰਬਾਣੀ, ਜਿਸ ਤਰ੍ਹਾਂ ਸਾਧ ਸੰਗਤ ਜੀ ਨਿੰਮ ਦਾ ਕੀੜਾ ਹੁੰਦਾ ਹੈ, ਉਸ ਨੂੰ ਜੇ ਮਿਸ਼ਰੀ ਪਾ ਦਿੱਤੀ ਜਾਵੇ ਜਾਂ ਅੰਮ੍ਰਿਤ ਪਾ ਦਿੱਤਾ ਜਾਵੇ, ਉਹ ਸਾਧ ਸੰਗਤ ਜੀ ਮੌਤ ਹੋ ਜਾਂਦੀ ਹੈ। ਐਸੇ ਉੱਚੇ ਸੁੱਚੇ ਉਪਦੇਸ਼ ਜਿਹੜਾ ਜੀਵ ਕਹਿੰਦਾ ਹੈ ਮੈਨੂੰ ਕੌਣ ਰੋਕ ਸਕਦਾ ਹੈ, ਜਦੋਂ ਹਜ਼ੂਰ ਦੇ ਉਪਦੇਸ਼ ਰੋਕਦੇ ਹਨ। ਇਹ ਨਜਾਇਜ਼ ਪੂਜਾਵਾਂ ਤੋਂ, ਸੰਸਾਰ ਦੇ ਵਿੱਚ ਜੋ ਕਰਮ ਕਾਂਡ ਚੱਲ ਰਹੇ ਹਨ, ਜੋ ਸਾਧ ਸੰਗਤ ਜੀ ਐਸੀਆਂ ਚੀਜ਼ਾਂ ਤੋਂ ਮਹਾਰਾਜ ਜੀ ਰੋਕਦੇ ਹਨ, ਫਿਰ ਉਹ ਨਿੰਮ ਦੇ ਕੀੜੇ ਦੀ ਨਿਆਈ, ਉਹਨਾਂ ਜੀਵਾਂ ਦੀ ਮੌਤ ਹੁੰਦੀ ਹੈ। ਅੰਮ੍ਰਿਤ ਬੂੰਦ ਹਰ ਨਾਮ, ਬਿਸ ਕੀ ਬਿਖੈ ਨਿਵਾਰਨ। ਜਿਸ ਤਰ੍ਹਾਂ ਜੀਵ ਨੂੰ ਸਾਧ ਸੰਗਤ ਜੀ ਜ਼ਹਿਰ ਚੜੀ ਹੋਈ ਹੈ, ਇੱਕ ਸੱਪ ਡੰਗ ਮਾਰੇ ਤਾਂ ਬਚ ਨਹੀਂ ਸਕਦਾ। ਹਜ਼ੂਰ ਕਹਿੰਦੇ ਹਨ, ਇਹਨੂੰ ਤਾਂ 5 ਸੱਪਾਂ ਨੇ ਡੰਗ ਮਾਰਿਆ ਹੈ। ਇਸ ਨੂੰ ਚਾਹੀਦਾ ਤਾਂ ਸੀ ਹਜ਼ੂਰ ਦਾ ਉਪਦੇਸ਼ ਕਮਾਉਂਦਾ, ਪਰ ਗੁਰ ਉਪਦੇਸ਼ ਸੁਣਿਓ ਨਹਿ ਕਾਨਨ। ਕੰਨਾਂ ਕਰਕੇ ਤਾਂ ਇਸ ਜੀਵ ਨੇ ਹਜ਼ੂਰ ਦਾ ਉਪਦੇਸ਼ ਸੁਣਿਆ ਨਹੀਂ। ਪਰ ਦਾਰਾ ਲਪਟਾਇਓ, ਪਰ ਨਿੰਦਾ ਕਾਰਨ ਬਹੁ ਧਾਵਤ। ਹਜ਼ੂਰ ਕਹਿੰਦੇ ਹਨ ਕਿ ਪਰਾਈ ਨਿੰਦਾ ਕਰਨ ਵਾਸਤੇ ਬਹੁਤ ਧਾਉਂਦਾ ਹੈ, ਆਪ ਹੀ ਗੱਲਾਂ ਕਰਦਾ ਹੈ। ਮੈਨੂੰ ਪਤਾ ਹੈ ਇਹ ਵਿਹਲੇ ਨੇ, ਸਵੇਰੀ ਜਾ ਕੇ ਪ੍ਰਸ਼ਾਦਾ ਛਕਣ ਨੂੰ ਗੁਰੂ ਘਰ ਜਾ ਬੈਠਦੇ ਹਨ। ਆਪ ਸਾਧ ਸੰਗਤ ਜੀ ਉਹਨੇ ਕਦੇ ਸੰਗਤ ਕੀਤੀ ਹੋਵੇ ਨਾ ਕੀਤੀ ਹੋਵੇ, ਪਰ ਦੂਜਿਆਂ ਨੂੰ ਐਸੀ ਸਿੱਖਿਆ ਦਿੰਦੇ ਨੇ, ਸਭ ਪਤਾ ਹੈ ਇਹਨਾਂ ਕਿਹੜਾ ਕੋਈ ਕੰਮ ਕਰਨੇ ਨੇ, ਗੁਰੂ ਘਰੇ ਚਲੇ ਜਾਂਦੇ ਨੇ। ਸਾਧ ਸੰਗਤ ਜੀ ਗੁਰੂ ਘਰੇ ਆਉਣੇ ਵੀ ਵੱਡੇ ਭਾਗ ਹਨ, ਪਰ ਨਿੰਦਾ ਕਾਰਨ ਬਹੁਤ ਧਾਵਤ। ਦੂਜੇ ਦੀ ਨਿੰਦਿਆ ਕਰਨ ਵਾਸਤੇ ਜੀਵ ਬਹੁਤ ਧਾਉਂਦਾ ਹੈ। ਮਹਾਰਾਜ ਜੀ ਫਰਮਾਉਂਦੇ ਹਨ, ਸਮਝਿਓ ਨਹਿ
ਸਮਝਾਇਓ। ਇਸ ਨੂੰ ਅਸੀਂ ਸਮਝਾਇਆ ਸੀ ਕਿ ਨਿੰਦਾ ਕਰਨ ਦਾ ਕੀ ਫਲ ਮਿਲਦਾ ਹੈ, ਕੈਸੇ ਨਰਕਾਂ ਵਿੱਚੋਂ ਜਾਣਾ ਪੈਂਦਾ ਹੈ। ਸੰਤ ਕਾ ਨਿੰਦਕ ਧਰਤ ਬਦਾਰੋ, ਸੰਤ ਕਾ ਨਿੰਦਕ ਆਕਾਸ਼ ਤੇ ਟਾਰੋ। ਧਰਤੀ ਉਸ ਨੂੰ ਜਗ੍ਹਾ ਨਹੀਂ ਦਿੰਦੀ, ਆਕਾਸ਼ ਉਸ ਦੇ ਉੱਪਰ ਖੁਸ਼ੀ ਨਹੀਂ ਹੁੰਦਾ। ਹਜੂਰ ਕਹਿੰਦੇ ਹਨ ਐਸੇ ਨਿੰਦਕ ਸਮਝਿਓ ਨਹਿ ਸਮਝਾਇਓ। ਤੂੰ ਜੀਵ, ਤੇਰੇ ਕੰਨਾਂ ਨੂੰ ਐਸਾ ਰਸ ਲੱਗ ਗਿਆ ਹੈ, ਤੈਨੂੰ ਸਮਝਾਇਆ ਸੀ ਪਰ ਤੂੰ ਸਮਝਿਆ ਨਹੀਂ। ਅੱਗੇ ਹਜੂਰ ਫਰਮਾਉਂਦੇ ਹਨ ਕਹਾ ਕਹੋ ਮੈਂ ਆਪਣੀ ਕਰਨੀ। ਹੱਥ ਜੋੜ ਕੇ ਹਜੂਰ ਅੱਗੇ ਅਰਦਾਸ ਕਰੀਏ ਮਹਾਰਾਜ ਜੀ, ਕਹਾ ਕਹੋ ਮੈਂ ਆਪਣੀ ਕਰਨੀ। ਹਜੂਰ ਮੈਂ ਆਪਣੀ ਕਰਨੀ ਆਪ ਜੀਆਂ ਨੂੰ ਕਿੱਥੇ ਤੱਕ ਦੱਸਾਂ, ਤੁਸੀਂ ਤਾਂ ਮੇਰੇ ਮਨ ਦੀਆਂ ਗੱਲਾਂ ਹੀ ਦੱਸੀ ਆਉਂਦੇ ਹੋ। ਜਿਹੇ ਬਿਦ ਜਨਮ ਗਵਾਇਓ। ਹਾਂਜੀ ਹਜੂਰ, ਇਸੇ ਵਿਧੀ ਦੇ ਨਾਲ ਮਹਾਰਾਜ ਜੀ ਮੈਂ ਆਪਣਾ ਜਨਮ ਗਵਾ ਲਿਆ ਹੈ। ਸਾਧ ਸੰਗਤ ਜੀ, ਜਿਸ ਤਰ੍ਹਾਂ ਜੀਵ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ, ਜੀਵ ਅਰਦਾਸ ਕਰਦਾ ਹੈ, ਫਿਰ ਸੁਣ ਕੇ ਹਜੂਰ ਦੇ ਅੱਗੇ ਕਹਾ ਕਹੋ ਮੈਂ ਆਪਣੀ ਕਰਨੀ। ਮਹਾਰਾਜ ਜੀ ਮੈਂ ਆਪਣੀ ਕਰਨੀ ਕਿੱਥੋਂ ਤਿਕਰ ਤੁਹਾਨੂੰ ਕਹਿਣਾ ਕਰਾਂ, ਕਿਉਂਕਿ ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਰਿਦੇ। ਜਦੋਂ ਮੈਂ ਦੇਖਦਾ ਹਾਂ ਆਪ ਭਗਤਾਂ ਤੇ ਵਸ਼ਲ ਬੜੇ ਪ੍ਰੇਮ ਨਾਲ ਕਿਰਪਾ ਕਰਦੇ ਹੋ, ਮੇਰੇ ਹਿਰਦੇ ਦੇ ਵਿੱਚ ਮਹਾਰਾਜ ਜੀ ਨਿਰਾਸ਼ਤਾ ਆ ਜਾਂਦੀ ਹੈ। ਕਿਉਂ ਗੁਰਸਿੱਖਾ ਨਿਰਾਸ਼ਤਾ ਕਿਉਂ ਆ ਜਾਂਦੀ ਹੈ? ਕਿਉਂਕਿ ਮਹਾਰਾਜ ਜੀ ਮੈਂ ਭਗਤੀ ਨਹੀਂ ਕੀਤੀ। ਆਪ ਤਾਂ ਭਗਤਾਂ ਤੇ ਰੀਝਦੇ ਹੋ। ਫਿਰ ਜਦੋਂ ਮੈਨੂੰ ਪਤਾ ਲੱਗਦਾ ਹੈ ਪਤਿਤ ਪਾਵਨ ਸੁਣ ਆਸਾ ਉਰ ਧਾਰ ਹੋ, ਜਦੋਂ ਸੁਣਦਾ ਹਾਂ ਆਪ ਤਾਂ ਵੱਡੇ ਵੱਡੇ ਪਾਪੀਆਂ ਦਾ ਉਧਾਰ ਕਰ ਦਿੱਤਾ ਹੈ। ਗਣਕਾ ਤਰ ਗਈ ਹੈ, ਅਜਾਮਲ ਤਰ ਗਈ ਹੈ। ਮਹਾਰਾਜ ਜੀ ਮੇਰੇ ਹਿਰਦੇ ਵਿੱਚ ਫਿਰ ਆਸਾ ਉਪਜਦੀ ਹੈ। ਇਸੇ ਤਰ੍ਹਾਂ ਅੰਤਰਜਾਮੀ ਸੁਣ ਕੰਪਤ ਹੋ ਅੰਤਰਗਤ, ਜਦੋਂ ਮੈਨੂੰ ਪਤਾ ਲੱਗਦਾ ਹੈ ਆਪ ਤਾਂ ਅੰਤਰਜਾਮੀ ਹੋ, ਜਾਣ ਲੈਂਦੇ ਹੋ ਕਿ ਮਨ ਕਰ ਕਬਹੂ ਨਾ ਹਰ ਗੁਣ ਗਾਇਓ। ਮਹਾਰਾਜ ਜੀ ਮੈਂ ਤਾਂ ਵਾਕਈ ਨਹੀਂ ਮਨ ਕਰਕੇ ਹਰੀ ਦੇ ਗੁਣ ਗਾਏ। ਤੁਸੀਂ ਤਾਂ ਅੰਤਰਜਾਮੀ ਹੋ, ਮੇਰਾ ਅੰਦਰ ਕੰਬਦਾ ਹੈ, ਮੇਰਾ ਕਿਵੇਂ ਭਲਾ ਹੋਵੇਗਾ। ਪਰ ਜਦੋਂ ਪਤਾ ਲੱਗਦਾ ਹੈ ਦੀਨ ਕੇ ਦਿਆਲ ਸੁਣ ਭੈ ਭ੍ਰਮ ਟਾਰ ਹੋ, ਜਦੋਂ ਆਪ ਦੀਨਾਂ ਤੇ ਦਇਆ ਕਰਦੇ ਹੋ। ਐਸਾ ਮਹਾਰਾਜ ਜੀ ਦਇਆਲ, ਦਇਆ ਕਰਨ ਦੀ ਆਪ ਜੀਆਂ ਨੂੰ ਆਦਤ ਹੈ। ਮੇਰੇ ਮਨ ਵਿੱਚੋਂ ਡਰ ਹਜੂਰ ਦੂਰ ਹੋ ਜਾਂਦਾ ਹੈ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ। ਮਹਾਰਾਜ ਜੀ ਜੇ ਮੈਂ ਸੋਚਾਂ ਮੈਂ ਆਪਦੀ ਕਰਨੀ ਕਰਕੇ ਕੁਝ ਪ੍ਰਾਪਤ ਕਰ ਲਵਾਂਗਾ, ਹਜੂਰ ਨਰਕਾਂ ਵਿੱਚ ਵੀ ਜਗ੍ਹਾ ਨਹੀਂ ਮਿਲਣੀ ਮੈਨੂੰ। ਨਰਕਾਂ ਵਾਲਿਆਂ ਵੀ ਕਹਿਣਾ ਹੈ ਉਹ ਕਿੱਡਾ ਪਾਪੀ ਆ ਗਿਆ ਹੈ, ਇਹਨੇ ਤਾਂ ਨਰਕ ਵੀ ਖਰਾਬ ਕਰ ਛੱਡੇ ਨੇ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੂੰ ਠੌਰ, ਤੁਮਰੇ ਬਿਰਦ ਕਰ ਆਸਰਾ ਸਮਾਰ ਹੋ। ਪਰ ਮਹਾਰਾਜ ਜੀ ਆਪ ਜੀਆਂ ਦਾ ਬਿਰਦ ਹੈ, ਸ਼ਰਨ ਆਇਆਂ ਦੀ ਮਹਾਰਾਜ ਜੀ ਆਪ ਲਾਜ ਰੱਖਦੇ ਹੋ। ਇਹ ਆਸ ਤੱਕ ਕੇ ਆਪ ਜੀਆਂ ਦੀ ਸਤ ਸੰਗਤ ਵਿੱਚ ਆ ਬੈਠੇ ਹਾਂ। ਕਹੋ ਕਹਾ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਮਹਾਰਾਜ ਜੀ ਜਿਹੜੀ ਵਿਧੀ ਕਰਕੇ ਮੈਂ ਜਨਮ ਗਵਾ ਲਿਆ ਹੈ, ਸੁਪਨੇ ਸੇਤੀ ਚਿੱਤ ਮੂਰਖ ਲਾਇਆ। ਮਹਾਰਾਜ ਜੀ ਮੈਂ ਤਾਂ ਜਦੋਂ ਹਜੂਰ ਦਾ ਸ਼ਬਦ ਸੁਣੀਏ ਫਿਰ ਸਾਧ ਸੰਗਤ ਜੀ ਗਿਆਨ ਹੋ ਆਉਂਦਾ ਹੈ ਸਾਰਾ ਸੰਸਾਰ ਤਾਂ ਵਾਕਈ ਮਣਾ ਸੁਪਨੇ ਦੀ ਨਿਆਈ ਹੈ। ਇਸੇ ਵਿੱਚ ਹੀ ਤੂੰ ਚਿੱਤ ਲਾਈ ਬੈਠਾ ਹੈ। ਬਿਸਰੇ ਰਾਜ ਰਸ ਭੋਗ ਜਾਗਤ ਪਖਲਾਇਆ। ਇਹ ਸਭ ਰਾਜ ਰਸ ਭੋਗ ਮਹਾਰਾਜ ਜੀ ਫਰਮਾਉਂਦੇ ਹਨ ਇਹ ਦੋਵੇਂ ਤੇਰੇ ਦੀਵੇ ਜਾਗਰੇ ਹੋਣਗੇ ਜਦੋਂ ਧਰਮ ਰਾਜੇ ਨੇ ਤੇਰੇ ਸਿਰ ਤੇ ਖੜਨਾ ਹੈ। ਹੁਣ ਤਾਂ ਕਹਿੰਦਾ ਹੈ ਨਾ ਧਰਮ ਰਾਜਾ ਕਿੱਥੇ ਹੈ? ਮਹਾਰਾਜ ਜੀ ਫਰਮਾਉਂਦੇ ਹਨ ਦੋਵੇਂ ਦੀਵੇ ਬਲੰਦਿਆਂ। ਮਹਾਰਾਜ ਜੀ ਫਰਮਾਉਂਦੇ ਹਨ ਇਹਨਾਂ ਦੋਵੇਂ ਦੀਵਿਆਂ ਦੇ ਬਲਦੇ ਹੋਏ ਧਰਮ ਰਾਜਾ ਤੇਰੇ ਉੱਪਰ ਖੜਾ ਹੋਵੇਗਾ। ਇਹ ਰਾਜ, ਇਹ ਰਸ, ਇਹ ਜੋ ਭੋਗ ਤੂੰ ਭੋਗਦਾ ਹੈ ਸਭ ਜਾਗਤ ਪਖਲਾ ਜਾਏਗਾ, ਬੌਂਦਲ ਜਾਏਗਾ ਕਿ ਮੇਰੇ ਨਾਲ ਤਾਂ ਕੁਝ ਵੀ ਨਹੀਂ ਚੱਲ ਰਿਹਾ, ਜਿੰਨਾ ਕਰਕੇ ਮੈਂ ਸਾਰੀ ਉਮਰ ਗਵਾ ਦਿੱਤੀ ਹੈ। ਆਰਜਾ ਗਈ ਵਹਾਏ ਧੰਦੇ ਧਾਇਆ। ਸਾਰੀ ਉਮਰ ਤਾਂ ਗਧਿਆਂ ਦੀ ਨਿਆਈ ਧੰਦੇ ਕਰਦਿਆਂ ਹੋਇਆਂ ਹੀ ਨਿਕਲ ਗਈ ਹੈ। ਪੂਰਨ ਭਏ ਨਾ ਕਾਮ ਮੋਹਿਆ ਮਾਇਆ। ਕੰਮ ਤਾਂ ਕਹਿੰਦਾ ਹੈ ਮੇਰੇ ਹਜੇ ਵੀ ਬੜੇ ਰਹਿੰਦੇ ਨੇ, ਐਸਾ ਮਾਇਆ ਨੇ ਮੋਹ ਲਿਆ ਹੈ। ਕਿਆ ਵਿਚਾਰਾ ਜੰਤ ਜਾਂ ਆਪ ਭੁਲਾਇਆ। ਇਹ ਜੀਵ ਕੀ ਹੈ ਸਾਧ ਸੰਗਤ ਜੀ, ਜੇ ਹਜੂਰ ਨੇ ਹੀ ਭੁਲਾ ਛੱਡਿਆ ਹੈ। ਇਸੇ ਕਰਕੇ ਮਹਾਰਾਜ ਜੀ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ।
ਮਹਾਰਾਜ ਜੀ ਫਰਮਾਉਂਦੇ ਹਨ, ਕਹਾ ਕਹੋ ਮੈਂ ਆਪਣੀ ਕਰਨੀ, ਜਿਹ ਬਿਦ ਜਨਮ ਗਵਾਇਓ। ਮਹਾਰਾਜ ਜੀ ਅੱਗੇ ਜੀਵ ਢਹਿ ਪੈਂਦਾ ਹੈ, ਹਜੂਰ ਕਿਹੜੀ ਵਿਧੀ ਨਾਲ ਮੈਂ ਆਪਣਾ ਜਨਮ ਗਵਾ ਲਿਆ, ਪਤਾ ਹੀ ਨਹੀਂ ਲੱਗਾ। ਹਜੂਰ ਕਦੋਂ ਧੌਲੇ ਆ ਗਏ ਮੁਖ ਤੇ, ਕਦੋਂ ਮਹਾਰਾਜ ਜੀ ਮੇਰਾ ਸਰੀਰ ਅਸਮਰੱਥਾ ਦਿਖਾਉਣ ਲੱਗਾ ਕੰਮਾਂ ਵੱਲੋਂ, ਕਦੋਂ ਮੈਨੂੰ ਪੌੜੀਆਂ ਚੜ੍ਹਨਾ ਵੀ ਔਖਾ ਹੋ ਗਿਆ, ਪਤਾ ਹੀ ਨਹੀਂ ਲੱਗਾ। ਮਹਾਰਾਜ ਜੀ ਇੰਨੀ ਛੇਤੀ ਨਾਲ ਉਮਰ ਲੰਘ ਗਈ। ਨੇਤਰਾ ਕਰਕੇ ਮਹਾਰਾਜ ਜੀ ਹੁਣ ਸੋਚਦਾ ਹਾਂ ਕਿ ਬਾਣੀ ਪੜ੍ਹਿਆ ਕਰਾਂ, ਪਰ ਮਹਾਰਾਜ ਜੀ ਜਵਾਨੀ 'ਚ ਨਹੀਂ ਪੜ੍ਹੀ। ਹੁਣ ਮਹਾਰਾਜ ਜੀ ਚੌਂਕੜਾ ਹੀ ਨਹੀਂ ਲੱਗਦਾ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਅੱਗੇ ਜਦੋਂ ਗੁਰਸਿੱਖ ਅਰਦਾਸ ਕਰਦੇ ਹਨ, ਕਹੋ ਕਹਾਂ ਆਪਣੀ ਅਦਮਾਈ। ਮਹਾਰਾਜ ਜੀ ਮੈਂ ਆਪਣੀ ਅਦਮਤਾਈ ਨੀਚਤਾਈ ਹਜੂਰ ਕਿੱਥੋਂ ਕੋਈ ਤਿਕਰ ਬਿਆਨ ਕਰਨਾ ਕਰਾਂ। ਉਸ ਸਮੇਂ ਫਿਰ ਹਜੂਰ ਉਪਦੇਸ਼ ਦਿੰਦੇ ਹਨ, ਕਹਿ ਨਾਨਕ ਸਭ ਔਗਣ ਮੋਹ ਮੈਂ। ਮਹਾਰਾਜ ਜੀ ਫਰਮਾਉਂਦੇ ਹਨ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਅੱਗੇ ਜਾ ਕੇ ਤੂੰ ਵੀ ਕਿਹਾ ਕਰ, ਹੱਥ ਜੋੜ ਕੇ ਅਰਦਾਸ ਕਰਿਆ ਕਰ। ਮਹਾਰਾਜ ਜੀ ਜਿੰਨੇ ਵੀ ਸੰਸਾਰ ਦੇ ਔਗਣ ਨੇ ਸਾਰੇ ਮਹਾਰਾਜ ਜੀ ਮੇਰੇ ਸਰੀਰ ਵਿੱਚ ਨੇ। ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ, ਸਾ ਬਿਦ ਤੁਮ ਹਰ ਜਾਣੋ ਹੋ ਆਪੇ। ਮਹਾਰਾਜ ਜੀ ਜਿਹੜੀ ਵਿਧੀ ਨਾਲ ਮੈਂ ਇਸ ਸੰਸਾਰ ਦੇ ਵਿੱਚ ਜੀਵਨ ਬਤੀਤ ਕਰ ਰਿਹਾ ਹਾਂ, ਆਪ ਤਾਂ ਉਹ ਸਾਰੀਆਂ ਵਿਧੀਆਂ ਜਾਣਦੇ ਹੋ। ਮੈਂ ਕਿੱਡਾ ਪਾਪੀ ਹਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਮਹਾਰਾਜ ਜੀ ਸ਼ਰਨ ਪਏ ਦੀ ਮਹਾਰਾਜ ਜੀ ਸਾਡੀ ਲਾਜ ਰੱਖ ਲਿਓ। ਐਸੇ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦੇ ਚਰਨਾਂ ਕਮਲਾਂ ਵਿੱਚ ਅਰਦਾਸ ਕਰੀਏ। ਮਹਾਰਾਜ ਜੀ ਆਪ ਜੀ ਸਾਨੂੰ ਆਪਣੀ ਸ਼ਰਨ ਬਖਸ਼ੋ। ਸਾਧ ਸੰਗਤ ਜੀ ਜਦੋਂ ਹਜੂਰ ਸ਼ਰਨ ਵਿੱਚ ਹਜੂਰ ਦੇ ਗੁਰਸਿੱਖ ਆਉਂਦਾ ਹੈ, ਫਿਰ ਮਹਾਰਾਜ ਜੀ ਉਸ ਨੂੰ ਨਾਮ ਧਨ ਬਖਸ਼ਦੇ ਹਨ। ਜਿਸ ਤਰ੍ਹਾਂ ਬਚਨ ਆਉਂਦੇ ਹਨ ਕਿ ਸੇਵਕੋ ਗੁਰ ਸੇਵਾ ਲਾਗਾ, ਜਿਨ ਮਨ ਤਨ ਅਰਪ ਚੜਾਇਆ ਰਾਮ। ਉਹੀ ਫਿਰ ਹਜੂਰ ਦੀ ਸੇਵਾ ਕਰ ਸਕਦਾ ਹੈ ਜਿਨੇ ਆਪਣਾ ਮਨ ਤਨ ਅਰਪ ਚੜਾਇਆ ਰਾਮ। ਵਾਹਿਗੁਰੂ ਦੇ ਅੱਗੇ ਅਰਪ ਕਰ ਦਿੱਤਾ ਹੈ। ਸੰਸਾਰ ਦੇ ਲੋਕ ਫੁੱਲ ਚੜਾਉਂਦੇ ਨੇ, ਕੋਈ ਕੀ ਚੜਾਉਂਦੇ ਹਨ? ਉਹ ਕਹਿੰਦੇ ਹਨ, ਮਾਧੋ ਇਹੋ ਜਨਮ ਤੁਮਾਰੇ ਲੇਖੇ। ਮਹਾਰਾਜ ਜੀ ਅਸੀਂ ਤਾਂ ਆਪਣਾ ਜੀਵਨ ਵੀ ਆਪ ਦੇ ਲੇਖੇ ਲਾ ਦਈਏ, ਉਹ ਥੋੜਾ ਹੈ। ਉਹ ਸਾਧ ਸੰਗਤ ਜੀ ਹਜੂਰ ਅੱਗੇ ਫਰਮਾਉਂਦੇ ਹਨ, ਮਨ ਤਨ ਅਰਪਿਆ ਬਹੁਤ ਮਨ ਸਰਦਿਆ। ਇਸ ਕਰਕੇ ਨਹੀਂ ਚੜਾਇਆ, ਕੋਈ ਡਰ ਸੀ। ਮਨ ਵਿੱਚ ਸ਼ਰਧਾ ਹੀ ਉਹਨਾਂ ਦੇ ਇੰਨਾ ਪੈਦਾ ਹੋ ਗਈ, ਉਹਨਾਂ ਨੇ ਜਾਣ ਲਿਆ ਹੈ ਕਿ ਹਜੂਰ ਤੋਂ ਬਿਨਾਂ ਸਾਧ ਸੰਗਤ ਜੀ ਕਿਤੇ ਗਤੀ ਨਹੀਂ ਹੋਣੀ। ਜਿਸ ਤਰ੍ਹਾਂ ਬਾਜਾਂ ਵਾਲੇ ਪਿਤਾ ਜੀਆਂ ਦੇ ਪਾਸ ਸਾਧ ਸੰਗਤ ਜੀ ਦੁਨੀ ਚੰਦ ਮਹਾਰਾਜ ਜੀਆਂ ਨੇ ਬਚਨ ਕਹੇ ਸੀ, ਜਿਸ ਤਰ੍ਹਾਂ ਕੇਸਰੀ ਚੰਦ ਰਾਜੇ ਦਾ ਹਾਥੀ, ਜਿਸ ਨੂੰ ਸਾਧ ਸੰਗਤ ਜੀ ਬੜੀ ਸ਼ਰਾਬ ਪਿਆਈ ਸੀ ਤੇ ਕਈ ਫੁਲਾਦ ਦੇ ਤਵੇ ਉਸ ਦੀ ਸੁੰਡ ਤੇ ਲਾਏ ਸੀ। ਅੱਗੇ ਸਾਧ ਸੰਗਤ ਜੀ ਨਾਲ ਇੱਕ ਸੈਫ ਉਸ ਦੀ ਸੁੰਡ ਨਾਲ ਬੰਨੀ ਸੀ। ਮਸਤ ਹਾਥੀ ਜਦੋਂ ਹਜੂਰ ਨੇ ਫਰਮਾਇਆ, ਦੁਨੀ ਚੰਦ ਗੁਰ ਕੋ ਵੱਡ ਹਾਥੀ ਲੜਾਵੇਂਗੇ ਇਸੈ ਉਸ ਸਾਥੀ। ਮਹਾਰਾਜ ਜੀਆਂ ਨੇ ਫਰਮਾਇਆ ਸੀ, ਸਿੱਖਾਂ ਨੇ ਆ ਕੇ ਆਖਿਆ, ਹਜੂਰ ਉਹਨਾਂ ਨੇ ਇੱਕ ਹਾਥੀ ਤਿਆਰ ਕੀਤਾ ਹੈ ਜਿਹੜਾ ਮਹਾਰਾਜ ਜੀ ਮਸਤ ਹਾਥੀ ਹੈ, ਉਹਨੇ ਤਾਂ ਮਹਾਰਾਜ ਜੀ ਬਹੁਤ ਖੂਨ ਵਹਾਵੇਗਾ। ਉਸ ਸਮੇਂ ਹਜੂਰ ਨੇ ਫਰਮਾਇਆ ਸੀ, ਸਾਡੇ ਪਾਸ ਵੀ ਇੱਕ ਹਾਥੀ ਹੈ। ਦੁਨੀ ਚੰਦ ਮਹਾਰਾਜ ਜੀਆਂ ਨੇ ਹੱਥ ਕਰਕੇ ਕਿਹਾ ਸੀ, ਗੁਰੂ ਦਾ ਵੱਡਾ ਹਾਥੀ ਹੈ। ਪਰ ਜਦੋਂ ਮਨ ਵਿੱਚ ਸ਼ਰਧਾ ਨਾ ਸੀ, ਰਾਤ ਹੀ ਕੰਧ ਟੱਪ ਕੇ ਭੱਜ ਗਿਆ ਲੱਤ ਤੁੜਾ ਕੇ। ਜਿਸ ਤਰ੍ਹਾਂ ਫਿਰ ਉਸ ਦੀ ਸਾਧ ਸੰਗਤ ਜੀ ਮੌਤ ਹੋਈ ਸੀ। ਉਸੇ ਸਮੇਂ ਭਾਈ ਬਚਿੱਤਰ ਸਿੰਘ ਜੀ ਜਿਸ ਸਮੇਂ ਹਜੂਰ ਦੇ ਪਾਸ ਖੜੇ ਹਨ, ਮਹਾਰਾਜ ਜੀਆਂ ਨੇ ਭਾਈ ਬਚਿੱਤਰ ਸਿੰਘ ਜੀ ਵੱਲ ਜਦੋਂ ਨਿਗਾਹ ਪੱਟ ਕੇ ਦੇਖੀ ਸੀ, ਹਜੂਰ ਨੇ ਆਖਿਆ ਸੀ, ਸਾਡਾ ਕਿਹੜਾ ਸਿੱਖ ਹੈ ਜਿਹੜਾ ਕੇਸਰੀ ਚੰਦ ਰਾਜੇ ਦੇ ਹਾਥੀ ਨਾਲ ਜਾ ਕੇ ਲੜੇਗਾ। ਉਸ ਸਮੇਂ ਭਾਈ ਬਚਿੱਤਰ ਸਿੰਘ ਜੀ ਦੋਨੋਂ ਹੱਥ ਜੋੜ ਕੇ ਖੜੇ ਹੋ ਗਏ, ਮਹਾਰਾਜ ਜੀ ਉਦੈ ਸਿੰਘ ਕੇ ਬਾਂਟੇ ਆਇਓ ਫਤਿਹ ਕੇਸਰੀ ਚੰਦਾ। ਮਹਾਰਾਜ ਜੀ ਜਿਸ ਤਰ੍ਹਾਂ ਮੇਰੇ ਭਰਾਤਾ ਜੀਆਂ ਦੇ ਬਾਂਟੇ ਹਿੱਸੇ ਵਿੱਚ ਆਇਆ ਕਿ ਉਹ ਰਾਜਾ ਕੇਸਰੀ ਚੰਦ ਦਾ ਸਿਰ ਲਾ ਕੇ ਲੈ ਆਵੇਗਾ, ਮਹਾਰਾਜ ਜੀ ਆਪ ਥਾਪੜਾ ਦਵੋ। ਹਜੂਰ ਇਹ ਹਾਥੀ ਕੀ ਹੈ? ਸੰਸਾਰ ਦਾ ਰਾਜੇ ਕੇਸਰੀ ਚੰਦ ਦਾ। ਮੈਂ ਸਵਰਗਾਂ ਵਿੱਚ ਇੰਦਰ ਦੇ ਜੋ ਅਰਾਵਤ ਹਾਥੀ ਹੈ ਉਸ ਨੂੰ ਮਹਾਰਾਜ ਜੀ ਭੰਨ ਦਿਆਂਗਾ। ਹਜੂਰ ਨੇ ਜਿਸ ਸਮੇਂ ਭਾਈ ਬਚਿੱਤਰ ਸਿੰਘ ਜੀ ਵੱਲ ਤੱਕਿਆ ਸੀ,
ਇਤਿਹਾਸ ਜ਼ਿਕਰ ਕਰਦਾ ਹੈ। ਜਿਸ ਤਰ੍ਹਾਂ ਸ਼ੇਰ ਦੀ ਸ਼ਿਕਾਰ ਨੂੰ ਦੇਖ ਕੇ ਜਟਾ ਖੜੀ ਹੋ ਜਾਂਦੀ ਹੈ, ਭਾਈ ਬਚਿੱਤਰ ਸਿੰਘ ਦੇ ਆਪਣੇ ਆਪ ਹੀ ਮੁੱਛਾਂ ਨੂੰ ਕੁੰਡਲ ਪੈ ਗਏ ਸੀ। ਜਿਸ ਸਮੇਂ ਹਜੂਰ ਦੇ ਥਾਪੜਾ ਦਿੱਤਾ ਹੈ, ਭਾਈ ਬਚਿੱਤਰ ਸਿੰਘ ਜੀ ਕਹਿੰਦੇ ਹਨ, ਸਿੰਘੋ ਖੋਲ ਕਬਾੜ ਦਿਓ ਮੁਝ ਆਗੇ, ਦੇਖੋ ਜੰਗ ਮਤੰਗਾ। ਮਹਾਰਾਜ ਜੀਆਂ ਨੇ ਥਾਪੜਾ ਦਿੱਤਾ ਹੈ, ਮੇਰੇ ਅੱਗੇ ਕਿਲੇ ਦੇ ਦਰਵਾਜ਼ੇ ਖੋਲ ਦਵੋ, ਹੁਣ ਮੇਰਾ ਇਸ ਨਿੱਕੇ ਜਿਹੇ ਹਾਥੀ ਨਾਲ ਜੰਗ ਵੇਖੋ। ਭਾਈ ਬਚਿੱਤਰ ਸਿੰਘ ਜੀ ਨੇ ਸਾਧ ਸੰਗਤ ਜੀ ਫਿਰ ਇੱਕ ਹਾਥੀ ਹੈ ਇੱਕ ਬੰਨੇ ਜੀਵ ਹੈ। ਇਹ ਸਾਧ ਸੰਗਤ ਜੀ ਕੋਈ ਮੇਲ ਹੀ ਨਹੀਂ ਹੈ, ਪਰ ਜਿਨ੍ਹਾਂ ਦੇ ਮਨ ਵਿੱਚ ਸ਼ਰਧਾ ਆ ਚੁੱਕੀ ਹੈ ਕਿ ਜੇ ਹਜੂਰ ਕਿਰਪਾ ਕਰਨ ਇੰਦਰ ਦਾ ਹਾਥੀ ਵੀ ਆ ਜੇ ਮੈਂ ਉਹਨੂੰ ਵੀ ਭੰਨ ਸਟਾਂਗਾ। ਐਸੀ ਨਾਗਣੀ ਦਾ ਵਾਰ ਕੀਤਾ ਸੀ ਕਿ ਹਾਥੀ ਦਾ ਮੂੰਹ ਮੋੜ ਦਿੱਤਾ ਸੀ। ਮਹਾਰਾਜ ਜੀ ਫਰਮਾਉਂਦੇ ਹਨ, ਜਿਸ ਤਰ੍ਹਾਂ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਉਹਨਾਂ ਨੇ ਆਪਣਾ ਤਨ ਕੀ ਹਜੂਰ ਕੋਈ ਕਾਰਜ ਕਰਨ ਵਾਸਤੇ ਕਹਿਣ ਹਜੂਰ ਨੂੰ ਸੌਂਪ ਦਿੱਤਾ ਹੈ। ਫਿਰ ਜਦੋਂ ਮਨ ਭੇਟ ਕਰਨਾ ਹਜੂਰ ਨਾਮ ਦੀ ਸਾਧ ਸੰਗਤ ਜੀ ਖੈਰ ਪਾਉਂਦੇ ਹਨ, ਧਨ ਆਪਣਾ ਸੌਂਪ ਦਿੰਦੇ ਹਨ। ਜਿਨ੍ਹਾਂ ਨੇ ਹੁਕਮ ਮੰਨਣ ਦੀ ਸੇਵਾ ਮਹਾਰਾਜ ਜੀ ਕਹਿੰਦੇ ਹਨ ਜਿਨ੍ਹਾਂ ਦੇ ਹਿੱਸੇ ਵਿੱਚ ਆਈ ਹੈ, ਉਹਨਾਂ ਨੇ ਗੁਰੂ ਸਾਹਿਬ ਨੂੰ ਪਾ ਲਿਆ ਹੈ। ਕਹੈ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਹੋ ਸਰਨਾਈ। ਹਜੂਰ ਦੇ ਅੱਗੇ ਅਰਦਾਸ ਕਰੀਏ, ਮਹਾਰਾਜ ਜੀ ਸਾਰੇ ਔਗਣ ਹੀ ਮੇਰੇ ਵਿੱਚ ਨੇ, ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ। ਸਾਧ ਸੰਗਤ ਜੀ ਜਿਸ ਤਰ੍ਹਾਂ ਭਾਈ ਜੱਗਾ ਸਿੰਘ ਜੀਆਂ ਦਾ ਪ੍ਰਸੰਗ ਆਉਂਦਾ ਹੈ, ਜਦੋਂ ਗੁਰਸਿੱਖ ਹਜੂਰ ਦੇ ਪਾਸ ਆਉਂਦੇ ਹਨ ਮਨ ਵਿੱਚ ਲਾਲਸਾ ਹੁੰਦੀ ਹੈ, ਮਣਾ ਫਿਰ ਖਰੇ ਕਦੋਂ ਦਰਸ਼ਨ ਹੋਣ, ਵੱਧ ਤੋਂ ਵੱਧ ਸੇਵਾ ਕਰ ਜਾਈਏ। ਉਸ ਸਮੇਂ ਕੁਝ ਸਿੱਖਾਂ ਨੇ ਕਿਹਾ, ਤੁਸੀਂ ਹੀ ਗੁਰੂ ਸਾਹਿਬ ਨੂੰ ਜਿਆਦੀ ਸੇਵਾ ਕਰ ਕਰਕੇ ਜਿਸ ਤਰ੍ਹਾਂ ਰੁਝਾਉਂਦੇ ਹੋ, ਪਿੱਛੋਂ ਵਕਤ ਤਾਂ ਸਾਨੂੰ ਪੈ ਜਾਂਦਾ ਹੈ। ਪਾਸ ਰਹਿ ਕੇ ਵੀ ਐਸੇ ਉਹਨਾਂ ਦੇ ਮਨ ਸੀ। ਹਜੂਰ ਨੇ ਪ੍ਰਮਾਣ ਦੇ ਕੇ ਜਿਸ ਤਰ੍ਹਾਂ ਦੱਸੇ ਸੀ, ਜਲ ਦੇ ਵਿੱਚ ਇੱਕ ਥਾਂ ਤੇ ਪਤਾਸੇ ਪਾ ਕੇ ਤੇ ਵਿੱਚੇ ਉਸਦੇ ਰੋੜੀਆਂ ਪਾਈਆਂ ਸੀ, ਪੱਥਰ ਪਾਏ ਸੀ। ਹਜੂਰ ਨੇ ਕੁਝ ਸਮੇਂ ਬਾਅਦ ਆਖਿਆ ਕਿ ਪਤਾਸੇ ਤੇ ਰੋੜੀਆਂ ਕੱਢੋ। ਪਤਾਸੇ ਤਾਂ ਸਾਧ ਸੰਗਤ ਜੀ ਜਲ ਵਿੱਚ ਖੁਰ ਗਏ, ਰੋੜੀਆਂ ਉਸੇ ਤਰ੍ਹਾਂ ਬਾਹਰ ਆ ਗਈਆਂ। ਉਸ ਸਮੇਂ ਹਜੂਰ ਨੇ ਦਰਸਾਇਆ ਸੀ ਕਿ ਐਸੇ ਗੁਰਸਿੱਖ ਜਿਹੜੇ ਪਤਾਸਿਆਂ ਦੀ ਨਿਆਈ ਮਨ ਵਿੱਚ ਜਿਨ੍ਹਾਂ ਦੇ ਸ਼ਰਧਾ ਹੁੰਦੀ ਹੈ, ਉਹ ਉਸ ਹਜੂਰ ਦੇ ਵਿੱਚ ਹੀ ਜਿੱਦਾਂ ਮਿਲ ਕੇ ਹਜੂਰ ਦਾ ਰੂਪ ਹੋ ਜਾਂਦੇ ਹਨ। ਪਰ ਕਈ ਸੰਗਤ ਵਿੱਚ ਆ ਕੇ ਵੀ ਪੱਥਰਾਂ ਦੀ ਨਿਆਈ ਉਸੇ ਤਰ੍ਹਾਂ ਰਿੱਧੇ ਰਹਿੰਦੇ ਹਨ। ਇਸੇ ਤਰ੍ਹਾਂ ਹਜੂਰ ਨੇ ਪ੍ਰਮਾਣ ਦਿੱਤਾ ਸੀ ਕਮਲ ਫੁੱਲ ਦਾ ਕਿ ਜਿਸ ਤਰ੍ਹਾਂ ਭਾਰਾ ਦੂਰੋਂ ਆ ਕੇ ਮਕਰੰਦ ਰਸ ਲੈ ਜਾਂਦਾ ਹੈ, ਪਰ ਡੱਡੂ ਦੀ ਨਿਆਈ ਕਈ ਉੱਥੇ ਹੀ ਜਾਲੇ ਖਾਂਦੇ ਰਹਿੰਦੇ ਹਨ। ਫਿਰ ਹਜੂਰ ਨੇ ਜਿਸ ਤਰ੍ਹਾਂ ਪ੍ਰਮਾਣ ਦਿੱਤਾ, ਜਿਹੜੀ ਗਾਂ ਦਾ ਵੱਛਾ ਹੁੰਦਾ ਹੈ ਇਸੇ ਤਰ੍ਹਾਂ ਦੂਰੋਂ ਆ ਕੇ ਦੁੱਧ ਚੁੰਗ ਜਾਂਦਾ ਹੈ, ਪਰ ਚਿੱਚੜ ਥਣ ਦੇ ਪਾਸ ਰਹਿ ਕੇ ਵੀ ਸਾਧ ਸੰਗਤ ਜੀ ਜਾਂਦਾ ਹੈ, ਪਰ ਚਿੱਚੜ ਥਣ ਦੇ ਪਾਸ ਰਹਿ ਕੇ ਵੀ ਸਾਧ ਸੰਗਤ ਜੀ ਲਹੂ ਚੁੰਗਦਾ ਹੈ। ਐਸੇ ਜੀਵ ਹਨ ਸਤ ਸੰਗਤ ਵਿੱਚ ਆ ਕੇ ਕਮੀਆਂ ਕੱਢਦੇ ਨੇ। ਆਹ ਕਿਵੇਂ ਹੋਣਾ ਚਾਹੀਦਾ ਹੈ? ਮੈਨੂੰ ਪਤਾ ਹੈ ਇੱਥੇ ਵਿਹਲਿਆਂ ਦਾ ਕੰਮ ਹੈ ਸਤ ਸੰਗਤ ਵਿੱਚ ਬਹਿਣਾ। ਇਹ ਸਾਧ ਸੰਗਤ ਜੋ ਚਿੱਚੜ ਤੇ ਡੱਡੂ ਦੀ ਨਿਆਈ ਤੇ ਪੱਥਰ ਦੀ ਨਿਆਈ ਹਨ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ। ਮਹਾਰਾਜ ਜੀ ਅਰਦਾਸ ਕਰਨ ਦੀ ਵਿਧੀ ਦੱਸਦੇ ਹਨ, ਕਹੈ ਨਾਨਕ ਸਭ ਔਗਣ ਮੋਹ ਮੈਂ ਰਾਖ ਲਿਹੋ ਸਰਨਾਇਓ। ਮਹਾਰਾਜ ਜੀ ਸਾਰੇ ਔਗਣ ਹੀ ਹਨ, ਤੁਹਾਡੇ ਤੋਂ ਕੀ ਲੁਕਿਆ ਹੈ, ਪਰ ਮਹਾਰਾਜ ਜੀ ਆਪਣੀ ਸ਼ਰਨ ਵਿੱਚ ਸਾਨੂੰ ਰੱਖ ਲਿਓ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨ। ਦੋ ਪੰਕਤੀਆਂ ਪੜ੍ਹ ਕੇ ਸਾਧ ਸੰਗਤ ਜੀ ਸਮਾਪਤੀ ਹੈ ਜੀ। ਧੰਨ ਧੰਨ ਜਾਗਦੀ ਜੋਤ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਸਰਬੱਤ ਸੰਗਤਾਂ ਬਖਸ਼ਣ ਜੋਗ ਹੋ ਬਖਸ਼ ਦੇਣਾ। ਅਰਦਾਸ ਕਰਨੀ ਮਹਾਰਾਜ ਬਲ ਬੁੱਧ ਸਮਰੱਥਾ ਬਖਸ਼ਣ। ਕਹੈ ਨਾਨਕ ਸਭ ਔਗਣ ਮੋਹ ਮੈਂ ਰਾਖ ਲੇਹੁ ਸਰਨਾਇਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।